ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਮਿਡੀਵਲ ਹਿਸਟਰੀ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਸਲੇਵ ਡਾਇਨੈਸਟੀ ਬਾਰੇ ਪੜ੍ਹਾਂਗੇ, ਜਿਹਨੂੰ ਕਿ ਗੁਲਾਮ ਵੰਸ਼ ਜਾਂ ਮਮਲੂਕ ਵੰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਕਲਾਸ ਨੂੰ ਐਂਡ ਤੱਕ ਅਟੈਂਡ ਕਰਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀ ਅਰਲੀ ਮਿਡੀਵਲ ਹਿਸਟਰੀ ਦੀ ਇੱਕ ਕਲਾਸ ਆਲਰੇਡੀ ਅਪਲੋਡ ਹੋ ਚੁੱਕੀ ਹੈ, ਜਿਹਦੇ ਵਿੱਚ ਆਪਾਂ ਮਿਡੀਵਲ ਹਿਸਟਰੀ ਦੇ ਬੈਕਗਰਾਊਂਡ ਬਾਰੇ ਜਾਣਿਆ। ਜੇਕਰ ਤੁਸੀਂ ਉਹ ਕਲਾਸ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਜੀਕੇ, ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ ਸਲੇਵ ਡਾਇਨੈਸਟੀ, ਇਸ ਸੈਸ਼ਨ ਦੇ ਵਿੱਚ ਆਪਾਂ ਸਲੇਵ ਡਾਇਨੈਸਟੀ ਦੇ ਬਾਰੇ ਪੂਰੇ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਆਪਣੇ 2 ਸੈਸ਼ਨ ਅਪਲੋਡ ਹੁੰਦੇ ਨੇ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ 3 ਦਿਨ ਅਪਲੋਡ ਹੁੰਦੇ ਨੇ। ਸਵੇਰ 10 ਵਜੇ ਜਿਹੜਾ ਆਪਣਾ ਅਪਲੋਡ ਹੁੰਦਾ ਉਹ ਹੁੰਦਾ ਮਿਡੀਵਲ ਹਿਸਟਰੀ ਦਾ ਸੈਸ਼ਨ, ਅਤੇ ਸ਼ਾਮ ਨੂੰ 5 ਵਜੇ ਪੰਜਾਬ ਜੀਕੇ ਦਾ। ਇਨ ਬਿਟਵੀਨ ਆਪਾਂ ਤੁਹਾਡੇ ਲਈ ਸਪੈਸ਼ਲ ਸੈਸ਼ਨ ਵੀ ਲੈ ਕੇ ਆਵਾਂਗੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਪੇਪਰਾਂ ਦੇ ਨਾਲ ਰਿਲੇਟਡ ਜਿਹੜੇ ਮੋਸਟ ਇੰਪੋਰਟੈਂਟ ਟੌਪਿਕ ਹੈ ਉਹ ਆਪਾਂ ਕਵਰ ਕਰਾਂਗੇ। ਤਾਂ ਚੈਨਲ ਦੇ ਨਾਲ ਜੁੜੇ ਰਹੋ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ ਉਹ ਆਪਾਂ ਸਟਾਰਟ ਕਰਦੇ ਹਾਂ ਜਿਹਦੀ ਪਹਿਲੀ ਸਲਾਈਡ ਦੇ ਨਾਲ। ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਪਹਿਲੀ ਸਲਾਈਡ ਨੂੰ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ, ਕਿਉਂਕਿ ਜਿਹੜੇ ਆਪਣੇ MCQ ਹੁੰਦੇ ਨੇ ਉਹ ਸਲਾਈਡ ਤੋਂ ਬਿਲਕੁਲ ਵੱਖਰੇ ਹੁੰਦੇ ਨੇ, ਅਤੇ ਉਹਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਇਹਦੇ ਵਿੱਚ ਆਪਾਂ ਸਲੇਵ ਡਾਇਨੈਸਟੀ ਬਾਰੇ ਜਾਣਾਂਗੇ। ਠੀਕ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਇੱਕ ਓਵਰਵਿਊ ਦੇ ਦਾਂ। ਦਿੱਲੀ ਸਲਤਨਤ ਜਿਹੜੀ ਆਪਣੀ ਸਟਾਰਟ ਹੁੰਦੀ ਹੈ ਉਹ ਹੁੰਦੀ ਹੈ 1206 ਤੋਂ 1526 ਤੱਕ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। 1526 ਦੇ ਵਿੱਚ ਕੌਣ ਹਮਲਾ ਕਰਦਾ ਹੈ? ਬਾਬਰ। ਠੀਕ ਹੈ ਜੀ। ਤਾਂ ਜਿਹੜੀ ਆਪਣੀ ਪਾਣੀਪਤ ਦੀ ਲੜਾਈ ਹੁੰਦੀ ਹੈ ਬਾਬਰ ਦੀ ਇਬਰਾਹਿਮ ਲੋਧੀ ਦੇ ਨਾਲ, ਠੀਕ ਹੈ, ਉਹਦੇ ਵਿੱਚ ਉਹ ਇਬਰਾਹਿਮ ਲੋਧੀ ਨੂੰ ਹਰਾ ਦਿੰਦਾ ਅਤੇ ਮੁਗਲ ਡਾਇਨੈਸਟੀ ਨੂੰ ਉਹ ਸੈੱਟ ਕਰ ਦਿੰਦਾ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ 1206 ਤੋਂ 1526 ਤੱਕ। ਤਾਂ 1206 ਤੋਂ 1526 ਤੱਕ ਜਿਹੜੀਆਂ ਡਾਇਨੈਸਟੀਜ਼ ਨੇ ਰਾਜ ਕੀਤਾ ਦਿੱਲੀ ਦੇ ਉੱਤੇ, ਉਹ ਕਿਹੜੀਆਂ ਨੇ? ਸਭ ਤੋਂ ਪਹਿਲੀ ਜਿਹੜੀ ਡਾਇਨੈਸਟੀ ਹੈ ਉਹ ਸਲੇਵ ਡਾਇਨੈਸਟੀ 1206 ਤੋਂ 1290 ਤੱਕ। ਦੂਸਰੀ ਹੈਗੀ ਖਿਲਜੀ ਡਾਇਨੈਸਟੀ 1290 ਤੋਂ 1320 ਤੱਕ। ਤੀਸਰੀ ਹੈਗੀ ਤੁਗਲਕ ਡਾਇਨੈਸਟੀ। ਚੌਥੀ ਹੈਗੀ ਆਪਣੀ ਸੈਯਦ ਡਾਇਨੈਸਟੀ। ਅਤੇ ਲਾਸਟ ਆਪਣੀ ਹੈਗੀ ਲੋਧੀ ਡਾਇਨੈਸਟੀ, ਜਿਹੜਾ ਕਿ ਇਬਰਾਹਿਮ ਲੋਧੀ ਦੇ ਨਾਲ ਜਦੋਂ ਬਾਬਰ ਦੀ ਲੜਾਈ ਹੁੰਦੀ ਹੈ ਪਾਣੀਪਤ ਦੀ। ਠੀਕ ਹੈ ਜੀ। ਤਾਂ ਇਹ 5 ਡਾਇਨੈਸਟੀਜ਼ ਨੇ ਮੁਗਲ ਡਾਇਨੈਸਟੀ ਤੋਂ ਪਹਿਲਾਂ ਰਾਜ ਕੀਤਾ। ਇਹ 5 ਡਾਇਨੈਸਟੀਜ਼ ਆਈਆਂ ਨੇ 1206 ਤੋਂ 1526 ਤੱਕ। ਠੀਕ ਹੈ ਜੀ। ਤਾਂ ਇਹ ਡਾਇਨੈਸਟੀਜ਼ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਅੱਜ ਦੀ ਜਿਹੜੀ ਆਪਣੀ ਪਹਿਲੀ ਡਾਇਨੈਸਟੀ ਹੈ, ਪਹਿਲੀ ਜਿਹੜੀ ਸਲਤਨਤ ਹੈ, ਉਹ ਹੈ ਆਪਣੀ ਸਲੇਵ ਡਾਇਨੈਸਟੀ, ਜਿਹਨੂੰ ਆਪਾਂ ਗੁਲਾਮ ਵੰਸ਼ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ ਜੀ। ਤਾਂ ਇਹਦੇ ਬਾਰੇ ਅੱਜ ਆਪਾਂ ਪੂਰੇ ਡਿਟੇਲ ਦੇ ਵਿੱਚ ਪੜ੍ਹਨਾ। ਵੀਡੀਓ ਨੂੰ ਐਂਡ ਤੱਕ ਅਟੈਂਡ ਕਰਿਓ, ਇੱਕ ਵੀ ਫੈਕਟ ਨੂੰ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਜਿਹੜੀ ਸਲੇਵ ਡਾਇਨੈਸਟੀ ਹੈ, ਸਲੇਵ ਡਾਇਨੈਸਟੀ ਦੇ ਕਿਹੜੇ ਕਿੰਗ ਸੀ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਦਾ ਫਾਊਂਡਰ, ਠੀਕ ਹੈ ਜੀ, ਫਾਊਂਡਰ ਯਾਨੀ ਕਿ ਇਹਦਾ ਸੰਸਥਾਪਕ ਜਿਹਨੇ ਸਲੇਵ ਡਾਇਨੈਸਟੀ ਦੀ ਸਥਾਪਨਾ ਕੀਤੀ ਹੈ, ਤਾਂ ਉਹ ਕਿਹੜਾ ਸੀ? ਕੁਤਬਉਦੀਨ ਐਬਕ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ। ਤਾਂ ਕਈ ਬੱਚੇ ਨਾ ਇੱਥੇ ਗਲਤੀ ਕਰਾਉਂਦੇ ਨੇ, ਉਹ ਮਤਲਬ ਮੁਹੰਮਦ ਗੌਰੀ ਨੂੰ ਸਲੇਵ ਡਾਇਨੈਸਟੀ ਦਾ ਜਿਹੜਾ ਆਪਣਾ ਫਾਊਂਡਰ ਟਿਕ ਕਰਾਉਂਦੇ ਨੇ। ਠੀਕ ਹੈ। ਤਾਂ ਉਹ ਗਲਤ ਹੋ ਜਾਂਦਾ। ਠੀਕ ਹੈ ਜੀ। ਕਿਉਂਕਿ ਜਿਹੜਾ ਇਹਦਾ ਫਾਊਂਡਰ ਹੈ ਉਹ ਕੁਤਬਉਦੀਨ ਐਬਕ ਹੈ। ਜਿਹੜਾ ਮੁਹੰਮਦ ਗੌਰੀ ਸੀ ਉਹਦਾ ਇੱਕੋ ਇੱਕ ਏਮ ਸੀ ਕਿ ਇੰਡੀਆ ਦੇ ਉੱਤੇ ਹਮਲਾ ਕਰੋ, ਇੰਡੀਆ ਦੇ ਵਿੱਚੋਂ ਜਿਹੜਾ ਮਾਲ ਹੈ ਉਹ ਲੁੱਟੋ ਅਤੇ ਵਾਪਸ ਜਾਓ। ਠੀਕ ਹੈ ਜੀ। ਤਾਂ ਉਹ ਜਦੋਂ ਵਾਪਸ ਗਿਆ ਤਾਂ ਆਪਣੇ ਇੱਕ ਗੁਲਾਮ ਨੂੰ ਇੱਥੇ ਛੱਡ ਗਿਆ ਸੀ। ਇਹ ਇਹਦਾ ਗੁਲਾਮ ਸੀ ਜਿਹੜਾ ਕੁਤਬਉਦੀਨ ਐਬਕ ਸੀਗਾ। ਇਹ ਮੁਹੰਮਦ ਗੌਰੀ ਦਾ ਇੱਕ ਸਲੇਵ ਸੀਗਾ, ਇਹ ਗੁਲਾਮ ਸੀਗਾ। ਠੀਕ ਹੈ ਜੀ। ਤਾਂ ਕਰਕੇ ਇਹਨੇ ਗੁਲਾਮ ਵੰਸ਼ ਦੀ ਸਥਾਪਨਾ ਕੀਤੀ। ਤਾਂ ਮੁਹੰਮਦ ਗੌਰੀ ਤਾਂ ਇੱਥੋਂ ਚੱਲ ਗਿਆ ਸੀ ਮਤਲਬ ਮਾਲ ਨੂੰ ਲੁੱਟ ਕੇ। ਤਾਂ ਜਿਹੜਾ ਕੁਤਬਉਦੀਨ ਐਬਕ ਨੂੰ ਉਹ ਇੱਥੇ ਛੱਡ ਗਿਆ ਸੀ। ਠੀਕ ਹੈ। ਗੁਲਾਮ ਵੰਸ਼ ਕੁਤਬਉਦੀਨ ਐਬਕ ਨੇ ਹੀ ਸਟਾਰਟ ਕੀਤਾ। ਤਾਂ ਇਹ ਕੁਤਬਉਦੀਨ ਐਬਕ ਦਿੱਲੀ ਦੇ ਵਿੱਚ ਠਹਿਰਿਆ, ਦਿੱਲੀ ਦੇ ਵਿੱਚ ਇਹਨੇ ਗੁਲਾਮ ਵੰਸ਼ ਦੀ ਸਥਾਪਨਾ ਕੀਤੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਫਾਊਂਡਰ ਕੌਣ ਹੈ? ਕੁਤਬਉਦੀਨ ਐਬਕ। ਇਹਦੇ ਬਾਰੇ ਬਹੁਤ ਇੰਪੋਰਟੈਂਟ ਹੈ ਇਹ ਪੁਆਇੰਟ। ਠੀਕ ਹੈ ਜੀ। ਦੂਸਰਾ ਜਿਹੜਾ ਇਹਦਾ ਰਾਜਾ ਉਹ ਹੈ ਇਲਤੁਤਮਿਸ਼। ਇਹ ਵੀ ਬਹੁਤ ਫੇਮਸ ਹੈ। ਰੁਕਨੁਦੀਨ ਫਿਰੋਜ਼। ਰੁਕਨੁਦੀਨ ਫਿਰੋਜ਼ ਹੈ ਜਿਹੜਾ ਇਹ ਇਲਤੁਤਮਿਸ਼ ਦਾ ਬੇਟਾ ਹੈ ਅਤੇ ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਬੇਟੀ ਹੈ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਮੁਈਜ਼ੁਦੀਨ ਬਹਿਰਾਮ, ਅਲਾਉਦੀਨ ਮਸੂਦ, ਨਾਸਿਰੁਦੀਨ ਮਹਿਮੂਦ। ਅਗਲਾ ਹੈਗਾ ਇਹਦਾ ਗਿਆਸੁਦੀਨ ਬਲਬਨ, ਕੈਕੂਬਾਦ ਅਤੇ ਕੈਮੁਰਸ਼। ਠੀਕ ਹੈ ਜੀ। ਇਹ 10 ਰਾਜੇ ਨੇ ਸਲੇਵ ਡਾਇਨੈਸਟੀ ਦੇ, ਇਹ ਤੁਸੀਂ ਯਾਦ ਰੱਖਣੇ ਹੈ। ਠੀਕ ਹੈ। 10 ਦੇ ਵਿੱਚੋਂ ਆਪਾਂ ਇਹ ਮਤਲਬ ਤੁਹਾਨੂੰ 10 ਦੇ 10 ਬਾਰੇ ਨਹੀਂ ਪਤਾ ਹੋਣਾ ਚਾਹੀਦਾ। ਠੀਕ ਹੈ। ਕਿਉਂਕਿ ਕੁਐਸਚਨ ਉੱਥੋਂ ਬਣਦਾ ਜਿਹੜੇ ਕਿੰਗ ਨੇ ਕੋਈ ਫੇਮਸ ਵਰਕ ਕੀਤਾ।
ਠੀਕ ਹੈ। ਕੋਈ ਫੇਮਸ ਇਮਾਰਤ ਬਣਾਈ ਹੈ ਜਾਂ ਕੋਈ ਫੇਮਸ ਲੜਾਈ ਲੜੀ ਹੈ ਤਾਂ ਉੱਥੋਂ ਕੁਐਸਚਨ ਬਣਦਾ ਹੁੰਦਾ, ਠੀਕ ਹੈ। ਫਾਲਤੂ ਕੁਐਸਚਨ ਆਪਾਂ ਨੂੰ ਨਹੀਂ ਪੁੱਛਦੇ ਉਹ, ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਠੀਕ ਹੈ ਜੀ। ਤਾਂ ਇੱਕ ਤਾਂ ਆਪਾਂ ਨੂੰ ਜਿਹੜਾ ਕੁਐਸਚਨ ਬਣੂਗਾ ਉਹ ਬਣੂਗਾ ਕੁਤਬਦੀਨ ਐਬਕ ਦੇ ਵਿੱਚੋਂ, ਦੂਸਰਾ ਇਲਤੁਤਮਿਸ਼ ਦੇ ਵਿੱਚੋਂ, ਠੀਕ ਹੈ। ਤੀਸਰਾ ਆਪਣਾ ਬਣਦਾ ਰਜ਼ੀਆ ਸੁਲਤਾਨ ਦੇ ਵਿੱਚੋਂ, ਇਹ ਵੀ ਆਪਾਂ ਨੂੰ ਪਤਾ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਬਣਦੇ ਨੇ ਉਹ ਬਣਦੇ ਨੇ ਗਿਆਸੁਦੀਨ ਬਲਬਨ ਦੇ ਵਿੱਚੋਂ। ਤਾਂ ਇਹਨਾਂ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਜਾਣਾਂਗੇ, ਇੱਕ ਇੱਕ ਪੁਆਇੰਟ ਆਪਾਂ ਇਹਨਾਂ ਬਾਰੇ ਪੜ੍ਹਾਂਗੇ, ਠੀਕ ਹੈ ਜੀ। ਇੱਕ ਵੀ ਪੁਆਇੰਟ ਨੂੰ ਮਿਸ ਨਾ ਕਰਿਓ, ਠੀਕ ਹੈ ਜੀ। ਤਾਂ ਪੂਰੇ ਡਿਟੇਲ ਦੇ ਵਿੱਚ, ਜਿੰਨਾ ਡਿਟੇਲ ਦੇ ਵਿੱਚ ਹੋ ਸਕਿਆ ਉਨਾ ਆਪਾਂ ਤੁਹਾਨੂੰ ਇਹਦੇ ਵਿੱਚ ਕਰਵਾਵਾਂਗੇ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਆਪਣਾ ਇਹਦਾ ਰਾਜਾ ਉਹ ਹੈ ਕੁਤਬਦੀਨ ਐਬਕ, ਜਿਹਨੂੰ ਆਪਾਂ ਫਾਊਂਡਰ ਕਹਿੰਦੇ ਹਾਂ ਸਲੇਵ ਡਾਇਨੈਸਟੀ ਦਾ, ਠੀਕ ਹੈ ਜੀ। ਤਾਂ ਜਿਹੜਾ ਗੁਲਾਮ ਵੰਸ਼ ਦਾ ਫਾਊਂਡਰ ਹੈ ਜਿਹਨੇ ਸਲੇਵ ਡਾਇਨੈਸਟੀ ਸੈੱਟ ਕੀਤੀ ਹੈ ਉਹ ਹੈਗਾ ਆਪਣਾ ਕੁਤਬਦੀਨ ਐਬਕ, ਠੀਕ ਹੈ ਜੀ। ਇਹਦੇ ਬਾਰੇ ਜਿਹੜਾ ਮੋਸਟ ਇੰਪੋਰਟੈਂਟ ਪੁਆਇੰਟ ਤੁਸੀਂ ਯਾਦ ਰੱਖਣਾ ਉਹ ਕਿਹੜਾ, ਨਾਟ ਐਕਸੈਪਟ ਦੀ ਟਾਈਟਲ ਆਫ ਸੁਲਤਾਨ, ਠੀਕ ਹੈ। ਸਭ ਤੋਂ ਮੋਸਟ ਇੰਪੋਰਟੈਂਟ ਹੈ ਇਹ, ਕਿਉਂਕਿ ਇਹਦੇ ਬਾਰੇ ਕੁਐਸਚਨ ਆਉਂਦਾ ਕਿ ਦਿੱਲੀ ਦਾ ਫਸਟ ਸੁਲਤਾਨ ਕਿਹੜਾ, ਤਾਂ ਬੱਚੇ ਕੁਤਬਦੀਨ ਐਬਕ ਤੇ ਟਿਕ ਲਾ ਕੇ ਆਉਂਦੇ ਨੇ, ਠੀਕ ਹੈ। ਜਿਹੜਾ ਕਿ ਸਰਾਸਰ ਗਲਤ ਹੈ, ਠੀਕ ਹੈ ਜੀ। ਕਿਉਂਕਿ ਇਹਨੇ ਗੁਲਾਮ ਦਾ ਜਿਹੜਾ ਮਤਲਬ ਸੁਲਤਾਨ ਦਾ ਜਿਹੜਾ ਟਾਈਟਲ ਹੈ ਉਹ ਇਹਨੇ ਐਕਸੈਪਟ ਨਹੀਂ ਕੀਤਾ, ਠੀਕ ਹੈ। ਕਿਉਂਕਿ ਇਹ ਖੁਦ ਇੱਕ ਗੁਲਾਮ ਸੀ, ਇਹ ਮੁਹੰਮਦ ਗੌਰੀ ਦਾ ਗੁਲਾਮ ਸੀ, ਮੁਹੰਮਦ ਗੌਰੀ ਦਾ ਇਹ ਸਲੇਵ ਸੀ। ਤਾਂ ਜਿਹੜਾ ਗੁਲਾਮ ਹੁੰਦਾ ਉਹਦੇ ਵਿੱਚ ਇੱਕ ਹੀਣ ਭਾਵਨਾ ਹੁੰਦੀ ਹੈ, ਇਹ ਤੁਸੀਂ ਯਾਦ ਰੱਖਿਓ। ਮਤਲਬ ਉਹਦੀ ਜਿਹੜੀ ਅੰਤਰਾਤਮਾ ਹੈ ਉਹ ਇਹ ਚੀਜ਼ ਨੂੰ ਐਕਸੈਪਟ ਨਹੀਂ ਕਰਦੀ ਕਿ ਮੈਂ ਸੁਲਤਾਨ ਕਹਾਵਾਂ, ਕਿਉਂਕਿ ਮੈਂ ਇੱਕ ਸਲੇਵ ਰਿਹਾ ਹੋਇਆ, ਠੀਕ ਹੈ। ਤਾਂ ਇਹ ਮਤਲਬ ਇਹ ਸੋਚਦਾ ਹੋਊਗਾ ਕਿ ਮੈਂ ਮੁਹੰਮਦ ਗੌਰੀ ਦਾ ਇੱਕ ਸਲੇਵ ਰਿਹਾ ਹੋਇਆ, ਤਾਂ ਕਰਕੇ ਮੈਂ ਸੁਲਤਾਨ ਨਹੀਂ ਕਹਾ ਸਕਦਾ, ਠੀਕ ਹੈ। ਇਹ ਇੱਕ ਯਾਦ ਕਰਨ ਦਾ ਤਰੀਕਾ ਹੁੰਦਾ ਤੁਹਾਡੇ, ਇਹ ਜਿਹੜੀ ਗੱਲ ਹੈ ਇਹ ਮਾਈਂਡ ਦੇ ਵਿੱਚ ਬੈਠ ਜੂਗੀ, ਠੀਕ ਹੈ। ਕਿਉਂਕਿ ਇਹ ਖੁਦ ਗੁਲਾਮ ਸੀ, ਤਾਂ ਇਹ ਗੁਲਾਮ ਜਿਹੜਾ ਗੁਲਾਮ ਬੰਦਾ ਹੁੰਦਾ ਉਹ ਕਦੇ ਵੀ ਸੁਲਤਾਨ ਕਹਾਉਣਾ ਆਪਦੇ ਆਪ ਨੂੰ ਚੰਗਾ ਨਹੀਂ ਸਮਝੂਗਾ, ਠੀਕ ਹੈ। ਤਾਂ ਇਹ ਫਾਊਂਡਰ ਜਿਹੜਾ, ਇਹ ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ ਯਾਦ ਰੱਖਣਾ ਕਿ ਇਹ ਫਾਊਂਡਰ ਹੈ ਗੁਲਾਮ ਵੰਸ਼ ਦਾ, ਠੀਕ ਹੈ ਜੀ। ਇਹਨੇ ਆਪਣੇ ਵੰਸ਼ ਦਾ ਨਾਮ ਹੀ ਇਹਨੇ ਗੁਲਾਮ ਵੰਸ਼ ਰੱਖਿਆ, ਤਾਂ ਇਹ ਸੁਲਤਾਨ ਤਾਂ ਇਹ ਕਹਾ ਹੀ ਨਹੀਂ ਸਕਦਾ, ਠੀਕ ਹੈ। ਇੱਥੋਂ ਹੀ ਇਹ ਪੁਆਇੰਟ ਬਣਦਾ, ਠੀਕ ਹੈ। ਸੁਲਤਾਨ ਮਤਲਬ ਇੱਕ ਉਹਦੇ ਵਿੱਚ ਇੱਕ ਜਜ਼ਬਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਇਹਨੇ ਆਪਣੀ ਡਾਇਨੈਸਟੀ ਦਾ ਨਾਂ ਹੀ ਸਲੇਵ ਡਾਇਨੈਸਟੀ ਰੱਖਿਆ ਸੀ, ਤਾਂ ਇਹ ਐਕਸੈਪਟ ਇਹਨੇ ਨਹੀਂ ਕੀਤਾ ਸੁਲਤਾਨ ਦਾ ਟਾਈਟਲ। ਤਾਂ ਸੁਲਤਾਨ ਦਾ ਟਾਈਟਲ ਤਾਂ ਇਹਨੇ ਐਕਸੈਪਟ ਨਹੀਂ ਕੀਤਾ, ਤਾਂ ਇਹਨੇ ਕਿਹੜੇ ਕਿਹੜੇ ਟਾਈਟਲ ਐਕਸੈਪਟ ਕੀਤੇ ਸੀ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਮਲਿਕ ਦਾ, ਠੀਕ ਹੈ। ਮਲਿਕ ਵੀ ਮਤਲਬ ਇੱਕ ਛੋਟਾ ਨਾਂ ਆ ਗਿਆ, ਮਲਿਕ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਸਿਪਾ ਸਲਾਰ ਦਾ ਟਾਈਟਲ ਇਹਨੇ ਐਕਸੈਪਟ ਕੀਤਾ ਸੀ। ਇੱਕ ਇਹਨੂੰ ਲੋਕਾਂ ਦੁਆਰਾ ਟਾਈਟਲ ਦਿੱਤਾ ਗਿਆ ਸੀ ਲਾਖ ਬਖਸ਼ ਦਾ। ਇਹ ਕਿਉਂ ਦਿੱਤਾ ਗਿਆ ਸੀ, ਕਿਉਂਕਿ ਇਹ ਬੰਦਾ ਬਹੁਤ ਦਾਨ ਪੁੰਨ ਕਰਨ ਵਾਲਾ ਸੀ, ਠੀਕ ਹੈ। ਇਹ ਮਤਲਬ ਜਿਹੜੇ ਹੀਰੇ ਮੋਤੀ ਅਸ਼ਰਫੀਆਂ ਜੋ ਵੀ ਹੁੰਦਾ ਸੀ, ਜੋ ਵੀ ਪੈਸਾ ਟੱਕਾ ਹੁੰਦਾ ਸੀ, ਇਹ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ, ਤਾਂ ਕਰਕੇ ਲੋਕਾਂ ਨੇ ਇਹਨੂੰ ਇੱਕ ਟਾਈਟਲ ਦਿੱਤਾ ਸੀ ਲਾਖ ਬਖਸ਼ ਦਾ। ਇਹ ਤੁਸੀਂ ਯਾਦ ਰੱਖਣਾ। ਮਲਿਕ ਤੇ ਸਿਪਾ ਸਲਾਰ ਦੇ ਜਿਹੜੇ ਟਾਈਟਲ ਸੀ ਇਹਨੇ ਖੁਦ ਐਕਸੈਪਟ ਕੀਤੇ ਸੀ, ਬਟ ਇੱਕ ਜਿਹੜਾ ਲੋਕਾਂ ਦੁਆਰਾ ਇਹਨੂੰ ਟਾਈਟਲ ਦਿੱਤਾ ਸੀ ਉਹ ਦਿੱਤਾ ਸੀ ਲਾਖ ਬਖਸ਼ ਦਾ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ ਇਹਦੀਆਂ ਮੋਨੂਮੈਂਟਸ, ਇਹ ਬਹੁਤ ਇੰਪੋਰਟੈਂਟ ਨੇ, ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਆਉਂਦਾ, ਠੀਕ ਹੈ ਜੀ। ਇਹ ਮੋਨੂਮੈਂਟਸ ਮਤਲਬ ਇਤਿਹਾਸਿਕ ਜਿਹੜੀਆਂ ਇਮਾਰਤਾਂ ਹੁੰਦੀਆਂ ਜਿਨ੍ਹਾਂ ਬਾਰੇ ਆਪਾਂ ਅੱਜ ਵੀ ਆਪਾਂ ਜਾਣਦੇ ਹਾਂ, ਜਿਹੜੀਆਂ ਬਹੁਤ ਫੇਮਸ ਨੇ। ਸਭ ਤੋਂ ਪਹਿਲਾਂ ਤਾਂ ਕੁਤਬ ਮੀਨਾਰ ਕੁਤਬਦੀਨ ਐਬਕ ਨੇ ਬਣਵਾਇਆ ਸੀ, ਠੀਕ ਹੈ ਜੀ। ਤਾਂ ਜਿਹੜਾ ਆਪਾਂ ਨੂੰ ਕੁਐਸਚਨ ਆਉਂਦਾ ਹੁੰਦਾ ਕਿ ਇਹ ਕਿਹਦੀ ਯਾਦ ਦੇ ਵਿੱਚ ਬਣਵਾਇਆ ਸੀ, ਤਾਂ ਬੱਚੇ ਕੁਤਬਦੀਨ ਐਬਕ ਹੀ ਉੱਥੇ ਟਿਕ ਕਰਕੇ ਆਉਂਦੇ ਨੇ, ਅਤੇ ਉਹ ਸਰਾਸਰ ਗਲਤ ਹੋ ਜਾਂਦਾ, ਠੀਕ ਹੈ ਜੀ। ਕਿਉਂਕਿ ਜਿਹੜਾ ਇਹ ਕੁਤਬ ਮੀਨਾਰ ਹੈ ਇਹਨੇ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ ਬਣਵਾਇਆ ਸੀ। ਇਹ ਹੁਣ ਕੌਣ ਸੀਗੇ, ਇਹ ਦੋ ਸੰਤ ਮਹਾਤਮਾ ਸੀਗੇ ਜਿਹੜੇ ਇਹਦੇ ਨਾਲ ਆਏ ਸੀ। ਇੱਕ ਤਾਂ ਆਇਆ ਸੀ ਇਹਦੇ ਨਾਲ ਜਿਹੜਾ ਸੰਤ ਮਹਾਤਮਾ ਸੀ ਕੁਤਬਦੀਨ ਬਖਤਿਆਰ ਕਾਕੀ, ਅਤੇ ਦੂਸਰਾ ਇਹਦੇ ਨਾਲ ਜਿਹੜਾ ਸੰਤ ਮਹਾਤਮਾ ਆਇਆ ਸੀ ਉਹ ਆਇਆ ਸੀ ਮੋਇਨੂਦੀਨ ਚਿਸ਼ਤੀ। ਇਹ ਦੋ ਬੰਦੇ ਇਹਦੇ ਨਾਲ ਆਏ ਸੀ। ਜਿਹੜਾ ਕੁਤਬਦੀਨ ਬਖਤਿਆਰ ਕਾਕੀ ਸੀ ਇਹ ਦਿੱਲੀ ਦੇ ਵਿੱਚ ਆ ਕੇ ਠਹਿਰਿਆ ਸੀ, ਤਾਂ ਦਿੱਲੀ ਦੇ ਵਿੱਚ ਇਹਨੇ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ ਕੁਤਬ ਮੀਨਾਰ ਦੀ ਸਥਾਪਨਾ ਕੀਤੀ। ਅਤੇ ਜਿਹੜਾ ਆਪਣਾ ਮੋਇਨੂਦੀਨ ਚਿਸ਼ਤੀ ਸੀ ਸੰਤ ਮਹਾਤਮਾ, ਇਹ ਅਜਮੇਰ ਦੇ ਵਿੱਚ ਰਾਜਸਥਾਨ ਦੇ ਵਿੱਚ ਆ ਕੇ ਬੈਠਾ ਸੀ, ਠੀਕ ਹੈ। ਇਹਦੀ ਯਾਦ ਦੇ ਵਿੱਚ ਇਹਨੇ ਬਣਵਾਇਆ ਸੀ 28 ਦਿਨ ਕਾ ਝੋਪੜਾ, ਠੀਕ ਹੈ। 28 ਦਿਨ ਕਾ ਝੋਪੜਾ ਅਤੇ ਕੁਤਬ ਮੀਨਾਰ, ਇਹਦੀਆਂ ਦੋ ਫੇਮਸ ਇਮਾਰਤਾਂ ਨੇ। ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਆਉਂਦਾ, ਠੀਕ ਹੈ ਜੀ। ਇਹ ਜਿਹੜੇ ਆਪਾਂ ਪੁਆਇੰਟ ਤੁਹਾਡੇ ਅੱਗੇ ਰੱਖੇ ਨੇ ਇਹ ਪੂਰੇ ਡਿਟੇਲ ਦੇ ਵਿੱਚ ਪੂਰਾ ਨਿਚੋੜ ਕੱਢ ਕੇ ਰੱਖਿਆ ਹੋਇਆ, ਕਿਉਂਕਿ ਇਹ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆ ਸਕਦਾ, ਠੀਕ ਹੈ। ਜੇ ਤੁਹਾਨੂੰ ਗੁਲਾਮ ਵੰਸ਼ ਦੇ ਵਿੱਚੋਂ ਕੁਐਸਚਨ ਆਊਗਾ ਤਾਂ ਆਪਣੇ ਸੈਸ਼ਨ ਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੂਗਾ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਹੈ ਇਹਦੇ ਬਾਰੇ ਕਿ ਇਹਦੀ ਡੈਥ ਬਾਰੇ ਪੁੱਛ ਲੈਂਦਾ ਕਿ ਇਹਦੀ ਮੌਤ ਕਿਵੇਂ ਹੋਈ ਸੀ। ਤਾਂ ਇਹਦੀ ਮੌਤ ਹੋਈ ਸੀ ਚੌਗਾਨ ਖੇਡਦੇ ਸਮੇਂ। ਚੌਗਾਨ ਹੁੰਦੀ ਆਪਣੀ ਪੋਲੋ ਗੇਮ, ਜਿਹੜੀ ਘੋੜੇ ਦੇ ਉੱਤੇ ਬੈਠ ਕੇ ਮਤਲਬ ਉਹ ਗੇਂਦ ਦੇ ਉੱਤੇ ਸਟਿੱਕ ਨਾਲ ਮਤਲਬ ਸਟਿੱਕ ਮਾਰਨੀ ਹੁੰਦੀ ਹੈ ਬਾਲ ਦੇ ਉੱਤੇ, ਤਾਂ ਉਹ ਪੋਲੋ ਗੇਮ ਹੁੰਦੀ ਹੈ ਜਿਹੜੀ ਅੱਜ ਕੱਲ੍ਹ ਵੀ ਖੇਡਦੇ ਨੇ। ਤਾਂ ਉਸ ਟਾਈਮ ਇਹ ਚੌਗਾਨ ਖੇਡਦਾ ਸੀ। ਚੌਗਾਨ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਇਹਦੀ ਮੌਤ ਹੋ ਗਈ ਸੀ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਪੁਆਇੰਟ, ਠੀਕ ਹੈ ਜੀ। ਤਾਂ ਇਹ ਜਿਹੜੇ ਸਾਰੇ ਪੁਆਇੰਟ ਨੇ ਕੁਤਬਦੀਨ ਐਬਕ ਬਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਫਾਊਂਡਰ ਹੈ ਸਲੇਵ ਡਾਇਨੈਸਟੀ ਦਾ। ਦੂਸਰਾ ਜਿਹੜਾ ਮੇਨ ਪੁਆਇੰਟ ਹੈ ਕਿ ਇਹਨੂੰ ਸੁਲਤਾਨ ਨਹੀਂ ਆਪਾਂ ਕਹਿ ਸਕਦੇ। ਤਾਂ ਸੁਲਤਾਨ ਕਿਹਨੂੰ ਕਹਿ ਸਕਦੇ ਹਾਂ, ਸੁਲਤਾਨ ਆਪਾਂ ਇਲਤੁਤਮਿਸ਼ ਨੂੰ ਕਹਾਂਗੇ, ਕਿਉਂਕਿ ਜਿਹੜਾ ਅਗਲਾ ਰਾਜਾ ਉਹਨੇ ਮਤਲਬ ਸੁਲਤਾਨ ਦਾ ਟਾਈਟਲ ਐਕਸੈਪਟ ਕੀਤਾ ਸੀ। ਇਹ ਇੱਕ ਸਲੇਵ ਸੀਗਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਰਾਜਾ ਹੈਗਾ ਉਹ ਹੈ ਇਲਤੁਤਮਿਸ਼। ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਦੇ ਬਾਰੇ ਤੁਸੀਂ ਯਾਦ ਰੱਖਣਾ
ਕਿਉਂਕਿ ਇਲਤੁਤਮਿਸ਼ ਦੇ ਵਿੱਚੋਂ ਆਪਾਂ ਨੂੰ ਡਾਇਰੈਕਟ ਕੁਐਸਚਨ ਆ ਜਿਹੜੇ ਉਹ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ ਫਸਟ ਸੁਲਤਾਨ ਆਫ ਦਿੱਲੀ ਸਲਤਨਤ। ਠੀਕ ਹੈ। ਤਾਂ ਸੁਲਤਾਨ ਦਾ ਟਾਈਟਲ ਜਿਹੜੇ ਬੰਦੇ ਨੇ ਐਕਸੈਪਟ ਕੀਤਾ ਸੀ ਉਹ ਸੀਗਾ ਇਲਤੁਤਮਿਸ਼। ਠੀਕ ਹੈ। ਇਲਤੁਤਮਿਸ਼ ਨੇ ਸੁਲਤਾਨ ਕਹਾਇਆ ਸੀ ਇਹ ਆਪਣੇ ਆਪ ਨੂੰ। ਤਾਂ ਦਿੱਲੀ ਦਾ ਜਿਹੜਾ ਪਹਿਲਾ ਸੁਲਤਾਨ ਹੈ ਉਹ ਕਿਹੜਾ ਹੈਗਾ? ਇਲਤੁਤਮਿਸ਼ ਹੈਗਾ। ਦੂਸਰਾ ਜਿਹੜਾ ਪੁਆਇੰਟ ਹੈ ਫਾਦਰ ਆਫ ਰਜ਼ੀਆ ਸੁਲਤਾਨ ਤੇ ਰੁਕਨੁਦੀਨ ਫਿਰੋਜ਼। ਰਜ਼ੀਆ ਸੁਲਤਾਨ ਦਾ ਤੇ ਰੁਕਨੁਦੀਨ ਫਿਰੋਜ਼ ਦਾ ਪਿਤਾ ਇਹ ਤੁਸੀਂ ਯਾਦ ਰੱਖਣਾ। ਰਜ਼ੀਆ ਸੁਲਤਾਨ ਇਹਦੀ ਬੇਟੀ ਸੀ ਤੇ ਰੁਕਨੁਦੀਨ ਫਿਰੋਜ਼ ਇਹਦਾ ਬੇਟਾ ਸੀ। ਅਗਲਾ ਜਿਹੜਾ ਇਹਦੇ ਬਾਰੇ ਕੁਐਸਚਨ ਆਉਂਦਾ ਹੁੰਦਾ ਉਹ ਆਉਂਦਾ ਹੁੰਦਾ ਇਹਦੀ ਕਰੰਸੀ ਦੇ ਵਿੱਚੋਂ, ਕਿਉਂਕਿ ਇਹਨੇ ਕਰੰਸੀ ਚਲਾਈ ਸੀ ਇੱਕ ਤਾਂ ਇਹਨੇ ਚਲਾਇਆ ਸੀ ਟੰਕਾ, ਦੂਸਰਾ ਚਲਾਇਆ ਸੀ ਜੀਤਲ। ਇਹ ਦੋ ਸਿੱਕੇ ਚਲਾਏ ਸੀ ਇਹਨੇ। ਟੰਕਾ ਜਿਹੜਾ ਸਿੱਕਾ ਸੀ ਇਹ ਕਾਹਦਾ ਬਣਿਆ ਹੋਇਆ ਸੀ? ਇਹ ਚਾਂਦੀ ਦਾ ਬਣਿਆ ਹੋਇਆ ਸੀ। ਠੀਕ ਹੈ। ਇਹ ਕਈ ਵਾਰੀ ਐਵੇਂ ਵੀ ਕੁਐਸਚਨ ਨੂੰ ਮੋਲਡ ਕਰਕੇ ਪੁੱਛ ਲੈਂਦੇ ਨੇ ਕਿ ਜਿਹੜਾ ਟੰਕਾ ਇਲਤੁਤਮਿਸ਼ ਨੇ ਚਲਾਇਆ ਸੀ ਉਹ ਕਾਹਦਾ ਬਣਿਆ ਹੋਇਆ ਸੀ? ਉਹ ਸਿਲਵਰ ਦਾ ਬਣਿਆ ਹੋਇਆ ਸੀ, ਉਹ ਚਾਂਦੀ ਦਾ ਬਣਿਆ ਹੋਇਆ ਸੀ। ਇੱਕ ਇਹਨੇ ਕਾਪਰ ਕੋਇਨ ਚਲਾਇਆ ਸੀ ਜਿਹੜਾ ਕਿ ਤਾਂਬੇ ਦਾ ਬਣਿਆ ਹੋਇਆ ਸੀ, ਜਿਹਨੂੰ ਆਪਾਂ ਜੀਤਲ ਕਹਿੰਦੇ ਹਾਂ। ਠੀਕ ਹੈ ਜੀ। ਟੰਕਾ ਤੇ ਜੀਤਲ ਇਹਨੇ ਦੋ ਸਿੱਕੇ ਚਲਾਏ ਸੀ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਹੈ ਚਾਲੀਸਾ। ਇਹ ਵੀ ਆਪਾਂ ਨੂੰ ਡਾਇਰੈਕਟ ਪੁੱਛਿਆ ਗਿਆ ਕਈ ਵਾਰੀ ਪੇਪਰਾਂ ਦੇ ਵਿੱਚ। ਟੰਕਾ ਜੀਤਲ ਬਾਰੇ ਵੀ ਬਹੁਤ ਵਾਰੀ ਕੁਐਸਚਨ ਆਇਆ। ਠੀਕ ਹੈ। ਅੱਗੇ ਵੀ ਤੁਹਾਨੂੰ ਇਹ ਕੁਐਸਚਨ ਆਉਣਗੇ। ਇੱਕ ਇਹਨੇ ਚਾਲੀਸਾ ਦਾ ਗਰੁੱਪ ਬਣਾਇਆ ਸੀ। ਚਾਲੀਸਾ ਮਤਲਬ 40 ਬੰਦਿਆਂ ਦਾ ਸਮੂਹ। ਇੱਕ ਇਹਦਾ ਦੂਸਰਾ ਨਾਂ ਹੈਗਾ, ਇਹ ਤੁਸੀਂ ਯਾਦ ਰੱਖਿਓ, ਚਹਿਲਗਾਨੀ। ਚਾਲੀਸਾ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ, ਚਹਿਲਗਾਨੀ। ਠੀਕ ਹੈ ਜੀ। ਤਾਂ ਚਹਿਲਗਾਨੀ ਵੀ ਇਹਨੂੰ ਕਿਹਾ ਜਾਂਦਾ, ਇਹ ਤੁਸੀਂ ਯਾਦ ਰੱਖਿਓ। ਇਹ ਕਾਹਦੇ ਲਈ ਬਣਾਇਆ ਗਿਆ ਸੀ? ਇਹ ਮਤਲਬ ਇਲਤੁਤਮਿਸ਼ ਨੇ ਆਪਣੀ ਦੇਖ ਰੇਖ ਦੇ ਲਈ ਬਣਾਇਆ ਸੀ। ਮਤਲਬ ਕਿ ਇਹ 40 ਬੰਦਿਆਂ ਦਾ ਸਮੂਹ ਮੇਰੀ ਦੇਖ ਰੇਖ ਕਰੂਗਾ, ਮੇਰੀ ਹਿਫਾਜ਼ਤ ਕਰੂਗਾ। ਠੀਕ ਹੈ ਜੀ। ਤਾਂ ਇਹ ਚਾਲੀਸਾ ਬਣਾਇਆ ਸੀ ਇਹਨੇ। ਤਾਂ ਇਹਨੂੰ ਚਹਿਲਗਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਇਹ ਵੀ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਅਗਲਾ ਜਿਹੜਾ ਇਹਦਾ ਪੁਆਇੰਟ ਹੈ ਉਹ ਹੈ ਇਕਤਾ ਸਿਸਟਮ। ਇਕਤਾ ਸਿਸਟਮ ਚਲਾਇਆ ਸੀ ਕਿਹਨੇ? ਠੀਕ ਹੈ। ਇਕਤਾ ਸਿਸਟਮ ਕਾਹਦੇ ਲਈ ਚਲਾਇਆ ਸੀ? ਲੈਂਡ ਰੈਵਨਿਊ ਇਕੱਠਾ ਕਰਨ ਦੇ ਲਈ। ਜਿਹੜਾ ਟੈਕਸ ਇਕੱਠਾ ਕਰਦਾ ਸੀ ਉਹ ਲੋਕਾਂ ਤੋਂ, ਲੈਂਡ ਮਤਲਬ ਇਹ ਜਿਹੜਾ ਇਕਤਾ ਸੀ ਇਹ ਇਕਤੇਦਾਰ ਚੁਣ ਲੈਂਦਾ ਸੀ, ਮਤਲਬ ਜ਼ਮੀਨ ਦੇ ਹਿਸਾਬ ਨਾਲ। ਠੀਕ ਹੈ। ਉਸ ਜ਼ਮੀਨ ਦੇ ਵਿੱਚੋਂ ਉਸ ਹਿਸਾਬ ਦਾ ਇਹ ਟੈਕਸ ਇਕੱਠਾ ਕਰਦਾ ਸੀ। ਤਾਂ ਜਿਹੜਾ ਬਸ ਤੁਸੀਂ ਇੰਨਾ ਕੁ ਯਾਦ ਰੱਖਿਓ ਕਿ ਇਕਤਾ ਸਿਸਟਮ ਕਿਹਨੇ ਚਲਾਇਆ ਸੀ। ਠੀਕ ਹੈ। ਬਸ ਇੰਨਾ ਕੀ ਪੁੱਛਿਆ ਜਾਂਦਾ ਹੁੰਦਾ। ਇਕਤਾ ਸਿਸਟਮ ਚਲਾਇਆ ਸੀ ਆਪਣਾ ਇਲਤੁਤਮਿਸ਼ ਨੇ। ਇੱਕ ਇਹ ਚਾਲੀਸਾ ਨੇ ਗਰੁੱਪ ਦਾ, ਚਾਲੀਸਾ ਦਾ ਗਰੁੱਪ ਚਲਾਇਆ ਸੀ। ਠੀਕ ਹੈ ਜੀ। ਤਾਂ ਅਗਲਾ ਇਹਦੀ ਜਿਹੜੀ ਮੋਨੂਮੈਂਟਸ ਹੈ ਉਹ ਇਹਨੇ ਸੁਲਤਾਨਗੜ੍ਹੀ ਦੀ ਸਥਾਪਨਾ ਕੀਤੀ ਸੀ। ਸੁਲਤਾਨਗੜ੍ਹੀ ਕਈ ਵਾਰੀ ਡਾਇਰੈਕਟ ਪੇਪਰਾਂ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਸੁਲਤਾਨਗੜ੍ਹੀ ਦਿੱਲੀ ਦੇ ਵਿੱਚ ਹੈ ਇਹ। ਠੀਕ ਹੈ ਜੀ। ਦਿੱਲੀ ਦੇ ਵਿੱਚ ਹੈ ਇਹ ਕਿਹਨੇ ਬਣਵਾਈ ਸੀ? ਇਹ ਬਣਵਾਈ ਸੀ ਆਪਣੇ ਇਲਤੁਤਮਿਸ਼ ਨੇ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਸਿਰਫ ਇਹ ਪੁਆਇੰਟ ਨੇ ਜਿਹੜੇ ਤੁਸੀਂ ਇਲਤੁਤਮਿਸ਼ ਦੇ ਬਾਰੇ ਯਾਦ ਰੱਖਣੇ ਨੇ, ਫਾਲਤੂ ਪੜ੍ਹਨ ਦੀ ਕੋਈ ਲੋੜ ਨਹੀਂ। ਠੀਕ ਹੈ ਜੀ। ਅਗਲਾ ਜਿਹੜਾ ਆਪਣੀ ਫੇਮਸ ਜਿਹੜੀ ਰਾਣੀ ਹੈ ਇਹਨੂੰ ਮਤਲਬ ਇਹ ਹੈ ਰਜ਼ੀਆ ਸੁਲਤਾਨ। ਠੀਕ ਹੈ। ਰਜ਼ੀਆ ਸੁਲਤਾਨ ਜਿਹੜੀ ਇਹਨੂੰ ਫਸਟ ਮੁਸਲਿਮ ਲੇਡੀ ਸੁਲਤਾਨ ਵੀ ਕਿਹਾ ਜਾਂਦਾ, ਕਿਉਂਕਿ ਇਸ ਤੋਂ ਪਹਿਲਾਂ ਕੋਈ ਲੇਡੀ ਸੁਲਤਾਨ ਨਹੀਂ ਸੀ। ਇੱਕ ਚੀਜ਼ ਹੋਰ ਕਿ ਉਸ ਟਾਈਮ 'ਤੇ ਆਪਾਂ ਨੂੰ ਪਤਾ ਹੈ ਕਿ ਲੇਡੀਜ਼ ਦੀ ਰਿਸਪੈਕਟ ਬਹੁਤ ਘੱਟ ਕੀਤੀ ਜਾਂਦੀ ਸੀ। ਆਪਾਂ ਸਟਾਰਟਿੰਗ ਤੋਂ ਹੀ ਦੇਖਦੇ ਆ ਰਹੇ ਹਾਂ। ਠੀਕ ਹੈ ਜੀ। ਤਾਂ ਲੇਡੀਜ਼ ਨੂੰ ਜਿਹੜੇ ਮਤਲਬ ਰਾਜੇ ਮਹਾਰਾਜੇ ਸੀ ਜਾਂ ਜਿਹੜੇ ਬੰਦੇ ਸੀਗੇ ਉਹ ਐਕਸੈਪਟ ਨਹੀਂ ਕਰਦੇ ਸੀ ਕਿ ਕੋਈ ਲੇਡੀ ਸੁਲਤਾਨ ਸਾਡੇ 'ਤੇ ਰਾਜ ਕਰੇ। ਠੀਕ ਹੈ। ਤਾਂ ਉਹ ਆਪਣੀ ਮਤਲਬ ਇੱਕ ਈਗੋ ਦੇ ਵਿਰੁੱਧ ਸਮਝਦੇ ਸੀ। ਤਾਂ ਸਟਾਰਟਿੰਗ ਤੋਂ ਹੀ ਆਪਾਂ ਦੇਖਦੇ ਹਾਂ ਕਿ ਇਸਤਰੀਆਂ ਦੇ ਨਾਲ ਇਹ ਦੁਰਵਿਵਹਾਰ ਹੁੰਦਾ ਆ ਰਿਹਾ ਹੈ। ਤਾਂ ਰਜ਼ੀਆ ਸੁਲਤਾਨ ਨੂੰ ਵੀ ਇਹ ਚੀਜ਼ ਦਾ ਸਾਹਮਣਾ ਕਰਨਾ ਪਿਆ ਸੀਗਾ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਪੁਆਇੰਟ ਹੈ ਇਹ ਡਾਟਰ ਆਫ ਇਲਤੁਤਮਿਸ਼। ਠੀਕ ਹੈ ਜੀ। ਇਲਤੁਤਮਿਸ਼ ਦੀ ਬੇਟੀ ਸੀ ਇਹ। ਠੀਕ ਹੈ। ਪੁੱਤਰੀ ਸੀ। ਇਹਨੇ ਵੀ ਮਤਲਬ ਇਹਨੇ 3 ਤਰ੍ਹਾਂ ਦੇ ਸਿੱਕੇ ਚਲਾਏ ਸੀ। 3 ਤਰ੍ਹਾਂ ਦੇ ਸਿੱਕਿਆਂ ਦੇ ਉੱਤੇ ਇਹਨੇ ਕੀ ਲਿਖਿਆ ਹੋਇਆ ਸੀ? ਇਹ ਤੁਹਾਨੂੰ ਕਈ ਵਾਰੀ ਕੁਐਸਚਨ ਆ ਸਕਦਾ। ਸਭ ਤੋਂ ਪਹਿਲੇ ਸਿੱਕੇ ਦੇ ਉੱਤੇ ਲਿਖਿਆ ਹੋਇਆ ਸੀ ਨਿਆਈ ਕੀ ਰਾਨੀ। ਠੀਕ ਹੈ ਜੀ। ਨਿਆਈ ਕੀ ਰਾਨੀ। ਦੂਸਰੇ 'ਤੇ ਲਿਖਿਆ ਹੋਇਆ ਸੀ ਇਲਤੁਤਮਿਸ਼ ਕੀ ਬੇਟੀ। ਅਤੇ ਤੀਸਰੇ ਸਿੱਕੇ ਦੇ ਉੱਤੇ ਲਿਖਿਆ ਹੋਇਆ ਸੀ ਦਿੱਲੀ ਕੀ ਮਹਾਰਾਣੀ। ਠੀਕ ਹੈ ਜੀ। ਤਾਂ ਇਹ 3 ਸਿੱਕੇ ਨੇ ਚਲਾਏ ਸੀ। ਤਿੰਨਾਂ ਦੇ ਉੱਤੇ ਮਤਲਬ ਇਹ ਚੀਜ਼ਾਂ ਲਿਖੀਆਂ ਹੋਈਆਂ ਸੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇੱਕ ਇਹਨੇ 2 ਚੀਜ਼ਾਂ ਅਪਣਾਈਆਂ ਸੀਗੀਆਂ। ਠੀਕ ਹੈ। ਉਹ ਇਹਨੇ ਕਿਉਂ ਅਪਣਾਈਆਂ ਸੀ? ਉਹਨੇ ਇਸ ਚੀਜ਼ ਦੇ ਵਿਰੁੱਧ ਹੀ ਅਪਣਾਈਆਂ ਸੀ, ਕਿਉਂਕਿ ਜਿਹੜਾ ਇਲਤੁਤਮਿਸ਼ ਨੇ ਚਾਲੀਸਾ ਦਾ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ, 40 ਬੰਦਿਆਂ ਦਾ ਇੱਕ ਸਮੂਹ ਚਲਾਇਆ ਸੀ ਚਾਲੀਸਾ, ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ। ਚਾਲੀਸਾ ਜਿਹੜਾ ਸੀਗਾ ਉਹਦੇ ਵਿੱਚ ਸਾਰੇ ਪੁਰਸ਼ ਸੀਗੇ ਜਿਹੜੇ ਕਿ ਇੱਕ ਲੇਡੀਜ਼ ਨੂੰ ਐਕਸੈਪਟ ਨਹੀਂ ਕਰ ਸਕਦੇ ਸੀ। ਠੀਕ ਹੈ। ਤਾਂ ਉਹ ਮਤਲਬ ਇਹ ਚਾਹੁੰਦੇ ਨਹੀਂ ਸੀ ਕਿ ਰਜ਼ੀਆ ਸੁਲਤਾਨ ਸਾਡੇ 'ਤੇ ਰਾਜ ਕਰੇ, ਕਿਉਂਕਿ ਇਹ ਇੱਕ ਲੜਕੀ ਹੈ। ਤਾਂ ਇਸ ਚੀਜ਼ ਦੇ ਲਈ ਇਹਨੇ 2 ਚੀਜ਼ਾਂ ਅਪਣਾਈਆਂ ਸੀ। ਇੱਕ ਤਾਂ ਕੁਬਾ, ਇਹ ਪੁੱਛ ਲਿਆ ਜਾਂਦਾ। ਕੁਬਾ ਮਤਲਬ ਇਹਨੇ ਕੈਪ ਪਹਿਨੀ ਸੀ। ਇਹਨੇ ਮਤਲਬ ਇਹ ਕਹਿੰਦੀ ਮੈਂ ਟਰੈਡੀਸ਼ਨਲ ਡਰੈਸਿਸ ਨਹੀਂ ਪਹਿਨਣੀਆਂ ਜਿਹੜੀਆਂ ਲੇਡੀਜ਼ ਪਹਿਨਦੀਆਂ ਨੇ। ਠੀਕ ਹੈ। ਮੈਂ ਆਪਣੇ ਅਕੋਰਡਿੰਗ ਮੈਂ ਆਪਣੀ ਡਰੈਸ ਚੂਜ਼ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਇਹਨੇ ਕੁਬਾ ਕਿਹਨੂੰ ਆਪਾਂ ਕਹਿੰਦੇ ਹਾਂ? ਕੁਬਾ ਇੱਕ ਕੈਪ ਸੀਗੀ ਜਿਹੜੇ ਆਪਾਂ ਅੰਗਰੇਜ਼ ਮਤਲਬ ਇੱਕ ਟੋਪੀ ਲੈਂਦੇ ਹੁੰਦੇ ਨੇ, ਤਾਂ ਕੁਬਾ ਇਹਨੇ ਐਕਸੈਪਟ ਕੀਤੀ ਸੀ। ਦੂਸਰਾ ਇਹਨੇ ਕੁਲਾ, ਇੱਕ ਬਲੇਜ਼ਰ ਹੁੰਦਾ ਜਿਹੜਾ ਆਪਾਂ ਕੋਟ ਲੌਂਗ ਕੋਟ ਜਿਹਨੂੰ ਆਪਾਂ ਕਹਿੰਦੇ ਹਾਂ, ਲੌਂਗ ਕੋਟ, ਉਹ ਕੁਲਾ ਕਿਹਾ ਜਾਂਦਾ ਸੀ ਉਹਨੂੰ। ਠੀਕ ਹੈ। ਤਾਂ ਕੁਬਾ ਅਤੇ ਕੁਲਾ ਇਹਨੇ 2 ਚੀਜ਼ਾਂ ਐਕਸੈਪਟ ਕੀਤੀਆਂ ਸੀ। ਤਾਂ ਇਹਨੇ ਇਸ ਚੀਜ਼ ਦੇ ਲਈ ਹੀ ਐਕਸੈਪਟ ਕੀਤੀਆਂ ਸੀ ਕਿ ਮੈਂ ਆਪਣੇ ਅਕੋਰਡਿੰਗ ਰਹਿਣਾ ਚਾਹੁੰਦੀ ਹਾਂ। ਠੀਕ ਹੈ। ਤਾਂ ਮੈਂ ਮਤਲਬ ਕਿਸੇ ਦੇ ਅਧੀਨ ਨਹੀਂ ਰਹਿਣਾ ਚਾਹੁੰਦੀ। ਤਾਂ ਉਹ ਚਾਲੀਸਾ ਦਾ ਜਿਹੜਾ ਗਰੁੱਪ ਸੀ ਉਹਨਾਂ ਦੇ ਵਿੱਚੋਂ ਹੀ ਕੌਨਸਪੀਰੇਸੀ ਰਚ ਕੇ, ਦੂਸਰਾ ਜਿਹੜਾ ਇਹਦਾ ਬ੍ਰਦਰ ਸੀ
ਰੁਕਨੁਦੀਨ ਫਿਰੋਜ਼, ਠੀਕ ਹੈ ਜੀ। ਰੁਕਨੁਦੀਨ ਫਿਰੋਜ਼ ਜਿਹੜਾ ਇਹਦਾ ਬ੍ਰਦਰ ਸੀਗਾ, ਉਸਨੇ ਤੇ ਮਤਲਬ ਇੱਕ ਜਿਹੜਾ ਇਹਦਾ ਹਸਬੈਂਡ ਸੀ ਅਲਤੂਨੀਆ, ਠੀਕ ਹੈ, ਅਲਤੂਨੀਆ ਦੇ ਨਾਲ ਇਹਦੀ ਮੈਰਿਜ ਹੋਈ ਸੀ। ਤਾਂ ਇਹਨਾਂ ਨੇ ਕੌਨਸਪੀਰੇਸੀ ਰਚ ਕੇ ਇਹਨੂੰ ਮਰਵਾਤਾ ਸੀ ਰਜ਼ੀਆ ਸੁਲਤਾਨ ਨੂੰ, ਠੀਕ ਹੈ। ਚਾਲੀਸਾ ਦਾ ਵੀ ਇਹਦੇ ਵਿੱਚ ਹੱਥ ਸੀ, ਠੀਕ ਹੈ। ਇਹ ਚੀਜ਼ਾਂ ਬਾਰੇ ਜ਼ਿਆਦਾ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਬਸ ਤੁਹਾਨੂੰ ਇੰਨਾ ਕਿ ਜਿੰਨੇ ਕੁ ਪੁਆਇੰਟ ਮੈਂ ਤੁਹਾਨੂੰ ਕਰਵਾ ਰਿਹਾ ਇੰਨੇ ਕੁ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਇੱਕ ਇਹਦਾ ਬ੍ਰਦਰ ਸੀ ਰੁਕਨੁਦੀਨ ਫਿਰੋਜ਼ ਅਤੇ ਅਲਤੂਨੀਆ, ਇਹਨਾਂ ਨੇ ਕੌਨਸਪੀਰੇਸੀ ਰਚ ਕੇ ਇਹਨੂੰ ਮਰਵਾਤਾ ਸੀ ਰਜ਼ੀਆ ਸੁਲਤਾਨ ਨੂੰ, ਠੀਕ ਹੈ। ਅਤੇ ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਫੇਮਸ ਰਾਜਾ ਹੈ ਉਹ ਹੈ ਬਲਬਨ। ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਬਲਬਨ ਦੇ ਵਿੱਚੋਂ ਵੀ ਬਹੁਤ ਕੁਐਸਚਨ ਆਉਂਦੇ ਨੇ। ਤਾਂ ਜਿਹੜੇ ਬਾਕੀ ਰਾਜੇ ਨੇ ਉਹਨਾਂ ਬਾਰੇ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੇ ਕੋਈ ਖਾਸ ਕੁਛ ਮਤਲਬ ਜ਼ਿਆਦਾ ਨਹੀਂ ਕੀਤਾ। ਜੇ ਉਹਨਾਂ ਨੇ ਕੀਤਾ ਹੁੰਦਾ ਤਾਂ ਉਹਦੇ ਵਿੱਚੋਂ ਕੁਐਸਚਨ ਬਣਦੇ। ਆਪਾਂ ਸਿਰਫ ਇੰਪੋਰਟੈਂਟ ਪੜ੍ਹਨਾ ਜਿੱਥੋਂ ਆਪਾਂ ਨੂੰ ਕੁਐਸਚਨ ਆਉਣ ਦੀ ਪੂਰੀ ਸੰਭਾਵਨਾ। ਅਗਲਾ ਆਪਣਾ ਜਿਹੜਾ ਰਾਜਾ ਉਹ ਹੈ ਬਲਬਨ। ਬਲਬਨ ਦੇ ਬਾਰੇ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਉਹ ਇਹ ਹੈ, ਪਹਿਲਾ ਸਭ ਤੋਂ ਪਹਿਲਾਂ ਤਾਂ ਇਹਨੇ ਚਾਲੀਸਾ ਨੂੰ ਖਤਮ ਕੀਤਾ ਸੀ, ਕਿਉਂਕਿ ਬਲਬਨ ਸੀਗਾ ਜਿਹੜਾ ਇਹ ਚਾਲੀਸਾ ਦੇ ਵਿੱਚੋਂ ਹੀ ਆਇਆ ਸੀ। ਜਿਹੜਾ 40 ਬੰਦਿਆਂ ਦਾ ਸਮੂਹ ਕਿਹਨੇ ਚਲਾਇਆ ਸੀ? ਇਲਤੁਤਮਿਸ਼ ਨੇ, ਠੀਕ ਹੈ। ਇਲਤੁਤਮਿਸ਼ ਨੇ ਇੱਕ 40 ਬੰਦਿਆਂ ਦਾ ਸਮੂਹ ਚਲਾਇਆ ਸੀ। ਉਹ ਚਾਲੀਸਾ ਦਾ ਮੈਂਬਰ ਸੀਗਾ ਇਹ, ਠੀਕ ਹੈ ਜੀ। ਇਹ ਚਾਲੀਸਾ ਦਾ ਮੈਂਬਰ ਸੀਗਾ ਜਿਹੜਾ ਬਲਬਨ ਸੀਗਾ। ਇਹ ਮਤਲਬ ਬਹੁਤ ਕੈਪੇਬਲ ਬੰਦਾ ਸੀਗਾ ਰਾਜਾ ਬਣਨ ਦੇ ਲਈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਇਹਨੇ ਰਾਜਾ ਬਣ ਕੇ ਸਭ ਤੋਂ ਪਹਿਲਾਂ ਤਾਂ ਇਹਨੇ ਚਾਲੀਸਾ ਨੂੰ ਹੀ ਖਤਮ ਕੀਤਾ, ਠੀਕ ਹੈ। ਉਹ ਕਿਉਂ ਕੀਤਾ? ਕਿਉਂਕਿ ਜਿਹੜਾ ਚਾਲੀਸਾ ਸੀ ਉਹਨਾਂ ਦੇ ਵਿੱਚੋਂ ਹੀ ਜਿਹੜੇ ਬੰਦੇ ਜਿਵੇਂ ਕੈਕੋਬਾਦ ਹੋ ਗਿਆ, ਕੈਮੁਰਸ਼ ਹੋ ਗਿਆ, ਠੀਕ ਹੈ, ਜਿੰਨੇ ਵੀ ਆਪਾਂ ਇਹਨਾਂ ਦੇ ਪੜ੍ਹ ਕੇ ਗਏ ਹਾਂ, ਠੀਕ ਹੈ, ਮੁਈਜ਼ੁਦੀਨ ਬਹਿਰਾਮ ਵਰਗੇ, ਠੀਕ ਹੈ, ਉਹ ਸਾਰੇ ਜਿੰਨੇ ਵੀ ਸੀ ਉਹ ਚਾਲੀਸਾ ਦੇ ਮੈਂਬਰ ਸੀਗੇ। ਤਾਂ ਚਾਲੀਸਾ ਦੇ ਜਿਹੜੇ ਮੈਂਬਰ ਸੀ ਉਹ ਜਦੋਂ ਬੰਦਾ ਸੁਲਤਾਨ ਬਣਦਾ ਸੀ ਤਾਂ ਉਹਨੂੰ ਮਾਰ ਦਿੰਦੇ ਸੀ। ਉਹ ਮਤਲਬ ਇੱਕ ਦੂਸਰੇ ਨੂੰ ਮਾਰ ਕੇ ਇਹ ਗੱਦੀ 'ਤੇ ਬੈਠ ਰਹੇ ਸੀ। ਤਾਂ ਜਿਹੜਾ ਬਲਬਨ ਸੀ ਇਹ ਮਤਲਬ ਜਦੋਂ ਗੱਦੀ 'ਤੇ ਬੈਠਾ ਤਾਂ ਸਭ ਤੋਂ ਪਹਿਲਾਂ ਤਾਂ ਇਹਨੇ ਆਪਣੇ ਸਿਰ ਦੇ ਉੱਤੋਂ ਚਾਲੀਸਾ ਦੇ ਡਰ ਨੂੰ ਹਟਾਇਆ, ਠੀਕ ਹੈ। ਕਿਉਂਕਿ ਇਹਨੂੰ ਪਤਾ ਸੀ ਕਿ ਜੇ ਮੈਂ ਚਾਲੀਸਾ ਨੂੰ ਖਤਮ ਨਾ ਕੀਤਾ ਤਾਂ ਇਹ ਮੈਨੂੰ ਮਾਰ ਦੇਣਗੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹਨੇ ਚਾਲੀਸਾ ਨੂੰ ਖਤਮ ਕਰਤਾ। ਦੂਸਰਾ ਮਤਲਬ ਜਦੋਂ ਇਹ ਰਾਜਾ ਬਣਿਆ ਤਾਂ ਜਦੋਂ ਇਹ ਬਾਹਰ ਨਿਕਲਿਆ ਲੋਕਾਂ ਨੂੰ ਮਿਲਣ ਦੇ ਲਈ ਤਾਂ ਲੋਕਾਂ ਨੇ ਮਤਲਬ ਲੋਕਾਂ ਦੇ ਅੰਦਰ ਜਿਹੜਾ ਡਰ ਸੀ ਸੁਲਤਾਨ ਦਾ ਉਹ ਖਤਮ ਹੋ ਚੁੱਕਿਆ ਸੀ ਕਿ ਕੋਈ ਸੁਲਤਾਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਉਹ ਭੁੱਲ ਚੁੱਕੇ ਸੀ। ਕਿਉਂਕਿ ਜਿਹੜੇ ਇਸ ਤੋਂ ਬਾਅਦ ਕਲਚਰ ਚੱਲਿਆ ਉਹ ਇਹ ਚੱਲਿਆ ਕਿ ਇੱਕ ਦੂਸਰੇ ਨੂੰ ਮਾਰ ਕੇ ਰਾਜਾ ਬਣਨ ਲੱਗ ਗਏ ਅਤੇ ਲੋਕਾਂ ਦੇ ਵਿੱਚ ਇਹ ਹਾਸੇ ਮਜ਼ਾਕ ਦਾ ਪਾਤਰ ਬਣਨ ਲੱਗ ਗਏ, ਠੀਕ ਹੈ ਜੀ। ਤਾਂ ਕਰਕੇ ਬਲਬਨ ਨੂੰ ਲੋਕਾਂ ਨੇ ਮਤਲਬ ਕੋਈ ਜ਼ਿਆਦਾ ਸੀਰੀਅਸਲੀ ਨਹੀਂ ਲਿਆ, ਇਹਨੂੰ ਈਜ਼ੀਲੀ ਲੈਣ ਲੱਗ ਗਏ, ਠੀਕ ਹੈ। ਤਾਂ ਕਰਕੇ ਇਹਨੇ ਕੀ ਕਰਿਆ, ਇਹਨੇ ਬਹੁਤ ਕੱਟੜਪੰਥੀ ਮਤਲਬ ਜਿਹੜੀ ਅਪਣਾਈ। ਸਭ ਤੋਂ ਪਹਿਲਾਂ ਤਾਂ ਇਹਨੇ ਪਰਸ਼ੀਅਨ ਕਲਚਰ ਨੂੰ ਅਪਲਾਈ ਕੀਤਾ ਆਪਣੇ ਕੋਰਟ ਦੇ ਵਿੱਚ, ਠੀਕ ਹੈ ਜੀ। ਫਾਰਸੀ ਸੱਭਿਅਤਾ ਨੂੰ ਇਹਨੇ ਲਾਂਚ ਕੀਤਾ। ਦੂਸਰਾ ਇਹਨੇ ਇੱਕ ਇਹ ਪੁੱਛਿਆ ਜਾਂਦਾ ਡਾਇਰੈਕਟ ਕਈ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਗਿਆ, ਸਿਜਦਾ ਅਤੇ ਪੈਬੋਸ। ਇਹ ਦੋ ਮਤਲਬ ਇਹਨੇ ਸਕੀਮਾਂ ਲਾਂਚ ਕੀਤੀਆਂ ਸੀ। ਇਹ ਕੀ ਸੀ? ਸਿਜਦਾ ਦਾ ਮਤਲਬ ਸੀ ਕਿ ਜਦੋਂ ਤੁਸੀਂ ਮੈਨੂੰ ਮਿਲਣ ਆਉਣਾ ਤਾਂ ਸਭ ਤੋਂ ਪਹਿਲਾਂ ਮੈਨੂੰ ਦੰਡਵਤ ਪ੍ਰਣਾਮ ਕਰਨਾ, ਠੀਕ ਹੈ ਜੀ, ਸਜਦਾ ਕਰਨਾ, ਠੀਕ ਹੈ। ਦੂਸਰਾ ਪੈਬੋਸ ਮਤਲਬ ਜਦੋਂ ਮੈਨੂੰ ਤੁਸੀਂ ਮਿਲਣਾ ਤਾਂ ਮੇਰੇ ਪੈਰਾਂ ਨੂੰ ਚੁੰਮਣਾ, ਠੀਕ ਹੈ ਜੀ, ਮਤਲਬ ਮੇਰੇ ਪੈਰਾਂ ਨੂੰ ਪੈਰੀਂ ਹੱਥ ਲਾਉਣਾ, ਪੈਰਾਂ ਨੂੰ ਚੁੰਮਣਾ। ਸਿਜਦਾ ਅਤੇ ਪੈਬੋਸ ਮਤਲਬ ਇਹ ਲੋਕਾਂ ਦੇ ਅੰਦਰ ਖੌਫ ਪੈਦਾ ਕਰਨ ਦੇ ਲਈ ਇਹ ਚੀਜ਼ਾਂ ਇਹਨੇ ਚਲਾਈਆਂ, ਠੀਕ ਹੈ। ਕਿਉਂਕਿ ਜਿਹੜੇ ਲੋਕ ਸੀ ਉਹ ਸੁਲਤਾਨ ਨੂੰ ਈਜ਼ੀਲੀ ਲੈਣ ਲੱਗ ਗਏ ਸੀ, ਠੀਕ ਹੈ ਜੀ। ਤਾਂ ਕਰਕੇ ਸਿਜਦਾ ਅਤੇ ਪੈਬੋਸ ਇਹ ਦੋ ਚੀਜ਼ਾਂ ਇਹਨੇ ਚਲਾਈਆਂ। ਤੀਸਰਾ ਇਹਨੇ ਬਲੱਡ ਐਂਡ ਆਇਰਨ ਦੀ ਜਿਹੜੀ ਨੀਤੀ ਆ ਉਹ ਚਲਾਈ, ਕਿਉਂਕਿ ਇਹਨੇ ਬਹੁਤ ਖੂਨ ਵਹਾਇਆ, ਬਹੁਤ ਲੋਕਾਂ ਨੂੰ ਇਹਨੇ ਮਾਰਿਆ। ਇਹ ਕਿਉਂ ਕਰਿਆ? ਕਿਉਂਕਿ ਲੋਕਾਂ ਦੇ ਅੰਦਰ ਡਰ ਪੈਦਾ ਕਰਨ ਦੇ ਲਈ ਕਿ ਸੁਲਤਾਨ ਨੂੰ ਲੋਕ ਭੁੱਲ ਗਏ, ਸੁਲਤਾਨ ਦਾ ਇਹਨਾਂ ਨੂੰ ਕੋਈ ਡਰ ਨਹੀਂ, ਹੈ ਨਾ। ਤਾਂ ਕਰਕੇ ਇਹ ਤੁਸੀਂ ਯਾਦ ਰੱਖਣਾ ਕਿ ਬਲੱਡ ਐਂਡ ਆਇਰਨ ਦੀ ਇਹ ਵੀ ਡਾਇਰੈਕਟ ਕੁਐਸਚਨ ਆਉਂਦਾ। ਇਹ ਕਿਹਨੇ ਚਲਾਈ ਸੀ? ਇਹ ਬਲਬਨ ਨੇ ਚਲਾਈ ਸੀ, ਠੀਕ ਹੈ ਜੀ। ਸਿਜਦਾ ਅਤੇ ਪੈਬੋਸ ਵੀ ਇਹਨੇ ਦੋ ਸਕੀਮਾਂ ਲਾਂਚ ਕੀਤੀਆਂ ਸੀ ਅਤੇ ਪਰਸ਼ੀਅਨ ਕਲਚਰ ਇਹਨੇ ਅਪਲਾਈ ਕੀਤਾ ਸੀ। ਅਤੇ ਚਾਲੀਸਾ ਨੂੰ ਸਭ ਤੋਂ ਪਹਿਲਾਂ ਹੀ ਇਹਨੇ ਖਤਮ ਕਰਤਾ ਸੀ, ਕਿਉਂਕਿ ਜੇ ਚਾਲੀਸਾ ਨੂੰ ਖਤਮ ਨਾ ਕਰਦਾ ਤਾਂ ਚਾਲੀਸਾ ਜਿਹੜੇ ਬੰਦੇ ਸੀ ਉਹ ਇਹਨੂੰ ਖਤਮ ਕਰ ਦਿੰਦੇ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਇਹ ਜਿਹੜੇ ਇਹ ਰਾਜੇ ਨੇ ਇਹ ਬਹੁਤ ਫੇਮਸ ਨੇ। ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਇਲਤੁਤਮਿਸ਼ ਇਹਦੇ ਵਿੱਚ ਇੱਕ ਪੁਆਇੰਟ ਆਪਣਾ ਮਿਸ ਹੋ ਗਿਆ, ਇਹ ਤੁਸੀਂ ਨੋਟ ਕਰ ਲਿਓ, ਠੀਕ ਹੈ। ਮੈਂ ਤੁਹਾਨੂੰ ਦੁਬਾਰਾ ਯਾਦ ਕਰਵਾਉਣਾ ਕਿ ਜਿਹੜਾ ਮਤਲਬ ਕੁਤਬ ਮੀਨਾਰ ਬਣਾਇਆ ਸੀ, ਕੁਤਬ ਮੀਨਾਰ ਮਤਲਬ ਬਣਾਇਆ ਤਾਂ ਉਹਨੇ ਸੀ ਬਟ ਉਹਨੇ ਪੂਰਾ ਕਰਨ ਤੋਂ ਪਹਿਲਾਂ ਕੁਤਬਦੀਨ ਐਬਕ ਨੇ, ਜਿਹੜਾ ਆਪਣਾ ਕੁਤਬਦੀਨ ਐਬਕ ਸੀ, ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਕੁਤਬਦੀਨ ਐਬਕ ਨੇ ਜਿਹੜਾ ਆਪਣਾ ਕੁਤਬ ਮੀਨਾਰ ਬਣਾਇਆ ਸੀ, ਇਹ ਆਪਾਂ ਨੂੰ ਪਤਾ ਹੈਗਾ, ਠੀਕ ਹੈ, ਕੁਤਬ ਮੀਨਾਰ, ਠੀਕ ਹੈ ਜੀ। ਤਾਂ ਕੁਤਬ ਮੀਨਾਰ ਨੂੰ ਜਿਹੜਾ ਪੂਰਾ ਕਰਵਾਇਆ ਸੀ ਉਹ ਕਿਹਨੇ ਕਰਵਾਇਆ ਸੀ? ਉਹ ਕਰਵਾਇਆ ਸੀ ਇਲਤੁਤਮਿਸ਼ ਨੇ। ਇਹ ਪੁਆਇੰਟ ਆਪਣਾ ਮਿਸ ਹੋ ਗਿਆ ਸੀ, ਮੈਂ ਤੁਹਾਡੇ ਯਾਦ ਕਰਵਾਤਾ। ਤਾਂ ਜਿਹੜਾ ਕੁਤਬ ਮੀਨਾਰ ਨੂੰ ਪੂਰਾ ਕਰਵਾਇਆ ਸੀ ਉਹ ਕਿਹਨੇ ਕਰਵਾਇਆ ਸੀ? ਉਹ ਕਰਵਾਇਆ ਸੀ ਇਲਤੁਤਮਿਸ਼ ਨੇ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ ਪੁੱਛ ਲਿਆ ਜਾਂਦਾ। ਬਣਾਇਆ ਤਾਂ ਕੁਤਬਦੀਨ ਐਬਕ ਨੇ ਸੀ ਕੁਤਬ ਮੀਨਾਰ, ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ, ਬਟ ਉਹਦੀ ਡੈਥ ਹੋ ਗਈ ਸੀ ਕੁਤਬਦੀਨ ਐਬਕ ਦੀ।
ਤਾਂ ਉਹ ਅੱਧਾ ਰਹਿ ਗਿਆ ਸੀ, ਮਤਲਬ ਜਿਹੜਾ ਕੁਤਬ ਮੀਨਾਰ ਸੀ, ਤਾਂ ਉਹਨੂੰ ਪੂਰਾ ਕਰਵਾਇਆ ਇਲਤੁਤਮਿਸ਼ ਨੇ। ਠੀਕ ਹੈ ਜੀ, ਇਲਤੁਤਮਿਸ਼ ਨੇ ਕੁਤਬ ਮੀਨਾਰ ਨੂੰ ਪੂਰਾ ਕਰਵਾਇਆ। ਇਹ ਬਸ ਇਹ ਤੁਸੀਂ ਯਾਦ ਰੱਖਣਾ, ਇਹ ਆਪਣਾ ਪੁਆਇੰਟ ਮਿਸ ਹੋ ਗਿਆ ਸੀ, ਮੈਂ ਤੁਹਾਡੇ ਯਾਦ ਕਰਵਾਉਣਾ ਸੀ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ। ਤਾਂ ਇਹ ਜਿਹੜੇ ਆਪਣੇ ਸਾਰੇ ਫੇਮਸ ਰਾਜੇ ਨੇ, ਇਹ ਤੁਸੀਂ ਯਾਦ ਰੱਖਣੇ ਆ, ਬਹੁਤ ਇੰਪੋਰਟੈਂਟ ਹੈ ਇਹ ਗੁਲਾਮ ਵੰਸ਼ ਦੇ। ਤਾਂ ਬਾਕੀ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਕੋਈ ਖਾਸ ਕੰਮ ਨਹੀਂ ਕੀਤਾ, ਬਸ ਇੱਕ ਦੂਸਰੇ ਨੂੰ ਮਾਰ ਕੇ ਉਹ ਸੁਲਤਾਨ ਬਣੀ ਗਏ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਬਲਬਨ ਆਪਣਾ ਲਾਸਟ ਹੈਗਾ, ਤਾਂ ਬਲਬਨ ਦੇ ਵਿੱਚ ਤੁਹਾਨੂੰ ਇਹ ਪੁਆਇੰਟ ਪਤਾ ਹੋਣੇ ਚਾਹੀਦੇ ਨੇ। ਤਾਂ ਜਿਹੜੇ ਆਪਣੇ ਇਸ ਤੋਂ ਬਾਅਦ ਆਪਾਂ ਕੁਐਸਚਨ ਦੀ ਫਾਰਮ ਦੇ ਵਿੱਚ ਪੜ੍ਹਨਾ, ਉਹ ਤੁਸੀਂ ਇੱਕ ਇੱਕ ਕੁਐਸਚਨ ਨੂੰ ਪੂਰੇ ਡਿਟੇਲ ਦੇ ਵਿੱਚ ਕਰਿਓ। ਠੀਕ ਹੈ ਜੀ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਇਹ ਆਪਾਂ ਸਾਰੇ ਪਿਛਲੇ ਪੇਪਰਾਂ ਦਾ ਐਨਾਲਿਸਿਸ ਕਰਕੇ ਹੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ। ਤਾਂ ਦਿੱਲੀ ਦੀ ਪਹਿਲੀ ਮੁਸਲਮਾਨ ਮਹਿਲਾ ਸ਼ਾਸਕ ਕੌਣ ਸੀ, ਇਹ ਤੁਹਾਨੂੰ ਪੁੱਛ ਲਿਆ ਜਾਂਦਾ, ਬਹੁਤ ਵਾਰੀ ਕੁਐਸਚਨ ਆਇਆ ਹੋਇਆ। ਹੂ ਵਾਜ਼ ਦੀ ਫਸਟ ਮੁਸਲਿਮ ਲੇਡੀ ਸੁਲਤਾਨ ਆਫ ਦਿੱਲੀ? ਰਜ਼ੀਆ ਸੁਲਤਾਨ, ਅਰਜੁਮੰਦ ਬਾਨੋ ਬੇਗਮ, ਨੂਰ ਜਹਾਂ ਜਾਂ ਮੁਮਤਾਜ਼? ਮੁਮਤਾਜ਼ ਸੀ, ਨੂਰ ਜਹਾਂ ਸੀ, ਅਰਜੁਮੰਦ ਬਾਨੋ ਬੇਗਮ ਸੀ ਜਾਂ ਰਜ਼ੀਆ ਸੁਲਤਾਨ ਸੀ? ਤਾਂ ਦਿੱਲੀ ਦੀ ਪਹਿਲੀ ਮੁਸਲਮਾਨ ਮਹਿਲਾ ਸ਼ਾਸਕ ਕੌਣ ਸੀ? ਤਾਂ ਆਪਾਂ ਪੜ੍ਹ ਕੇ ਗਏ ਹਾਂ, ਰਜ਼ੀਆ ਸੁਲਤਾਨ। ਠੀਕ ਹੈ ਜੀ, ਕੌਣ ਸੀ ਇਹ? ਇਲਤੁਤਮਿਸ਼ ਦੀ ਬੇਟੀ। ਠੀਕ ਹੈ ਜੀ, ਇਲਤੁਤਮਿਸ਼ ਦੀ ਬੇਟੀ ਸੀ। ਤੇ ਕੁਬਾ ਤੇ ਕੁਲਾ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, 3 ਸਿੱਕੇ ਨੇ ਲਾਂਚ ਕੀਤੇ ਸੀ, ਉਹ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ। ਰਜ਼ੀਆ ਸੁਲਤਾਨ ਇਹਦਾ ਆਨਸਰ ਆਊਗਾ, ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹ ਪੁੱਛ ਲਿਆ ਜਾਂਦਾ ਡਾਇਰੈਕਟ, ਰਕਤ ਅਤੇ ਲਹੂ ਦੀ ਨੀਤੀ ਕਿਸ ਨੇ ਚਲਾਈ? ਹੂ ਵਾਜ਼ ਇੰਟਰੋਡਿਊਸ ਦੀ ਪੋਲਿਸੀ ਆਫ ਬਲੱਡ ਐਂਡ ਆਇਰਨ? ਕੁਤਬਦੀਨ ਐਬਕ, ਗਿਆਸੁਦੀਨ ਬਲਬਨ, ਇਲਤੁਤਮਿਸ਼ ਜਾਂ ਰਜ਼ੀਆ ਸੁਲਤਾਨ? ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 2 ਆਊਗਾ, ਗਿਆਸੁਦੀਨ ਬਲਬਨ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ। ਇਹਨੇ ਕਿਉਂ ਅਪਣਾਈ ਸੀ? ਕਿਉਂਕਿ ਇਹਨੇ ਸੁਲਤਾਨ ਦਾ ਖੌਫ ਪੈਦਾ ਕਰਨਾ ਸੀ ਲੋਕਾਂ ਦੇ ਵਿੱਚ। ਠੀਕ ਹੈ, ਲੋਕ ਕਿਉਂਕਿ ਭੁੱਲ ਗਏ ਸੀਗੇ ਕਿ ਸੁਲਤਾਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਠੀਕ ਹੈ, ਤਾਂ ਉਸ ਚੀਜ਼ ਦਾ ਇਹਨੇ ਖੌਫ ਪੈਦਾ ਕਰਨ ਦੇ ਲਈ ਰਕਤ ਅਤੇ ਲਹੂ ਦੀ ਨੀਤੀ ਬਣਾਈ ਸੀ, ਜਿਹਦੇ ਨਾਲ ਇਹਨੇ ਬਹੁਤ ਖੂਨ ਵਹਾਇਆ ਸੀ ਲੋਕਾਂ ਦਾ, ਅਤੇ ਲੋਕ ਇਹ ਤੋਂ ਡਰਨ ਲੱਗ ਗਏ ਸੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 2 ਬਲਬਨ। ਟਾਂਕਾ ਤੇ ਜੀਤਲ ਸਿੱਕੇ ਕਿਸ ਨੇ ਚਲਾਏ? ਇਹ ਡਾਇਰੈਕਟ ਕੁਐਸਚਨ ਬਹੁਤ ਵਾਰੀ ਪੁੱਛਿਆ ਗਿਆ, ਇਹ ਤੁਹਾਨੂੰ ਅੱਗੇ ਵੀ ਪੁੱਛਿਆ ਜਾਊਗਾ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਟਾਂਕਾ ਤੇ ਜੀਤਲ, ਹੂ ਵਾਜ਼ ਇੰਟਰੋਡਿਊਸ ਦੀ ਕੋਇਨ ਟਾਂਕਾ ਐਂਡ ਜੀਤਲ? ਕੁਤਬਦੀਨ ਐਬਕ, ਗਿਆਸੁਦੀਨ ਬਲਬਨ, ਇਲਤੁਤਮਿਸ਼ ਜਾਂ ਰਜ਼ੀਆ ਸੁਲਤਾਨ? ਤਾਂ ਇਹ ਆਪਾਂ ਪੜ੍ਹ ਕੇ ਗਏ ਹਾਂ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਇਲਤੁਤਮਿਸ਼। ਠੀਕ ਹੈ ਜੀ, ਇਲਤੁਤਮਿਸ਼ ਬਾਰੇ ਇੱਕ ਹੋਰ ਪੁਆਇੰਟ ਯਾਦ ਰੱਖਣਾ, ਮੈਂ ਤੁਹਾਨੂੰ ਪਿੱਛੇ ਵੀ ਕਰਵਾ ਕੇ ਗਿਆ। ਕੁਤਬਦੀਨ ਐਬਕ ਨੇ ਕੁਤਬ ਮੀਨਾਰ ਨੂੰ ਬਣਵਾਇਆ ਸੀ, ਬਟ ਪੂਰਾ ਕਿਹਨੇ ਕਰਵਾਇਆ ਸੀ? ਇਲਤੁਤਮਿਸ਼ ਨੇ। ਇਹ ਤੁਸੀਂ ਯਾਦ ਰੱਖਣਾ। ਇੱਕ ਇਹਨੇ 2 ਸਿੱਕੇ ਚਲਾਏ ਸੀ, ਇਹ ਟਾਂਕਾ ਤੇ ਜੀਤਲ। ਤਾਂ ਟਾਂਕਾ ਤੇ ਜੀਤਲ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਟਾਂਕਾ ਕਾਹਦਾ ਬਣਿਆ ਹੋਇਆ ਸੀ? ਸਿਲਵਰ ਦਾ ਬਣਿਆ ਹੋਇਆ ਸੀ, ਇਹ ਸਿਲਵਰ ਕੋਇਨ ਸੀਗਾ। ਤੇ ਜੀਤਲ ਕਾਹਦਾ ਬਣਿਆ ਹੋਇਆ ਸੀ? ਤਾਂਬੇ ਦਾ ਬਣਿਆ ਹੋਇਆ ਸੀ, ਕਾਪਰ ਕੋਇਨ ਸੀ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕੁਬਾ ਤੇ ਕੁਲਾ ਕਿਸ ਨੇ ਅਪਣਾਇਆ? ਕੁਬਾ ਕੀ ਸੀ? ਕੁਬਾ ਇੱਕ ਕੈਪ ਸੀ, ਕੁਲਾ ਇੱਕ ਬਲੇਜ਼ਰ ਸੀ। ਤਾਂ ਕਿਹਨੇ ਬਣਾਇਆ ਸੀ? ਤੁਹਾਨੂੰ ਪਤਾ ਲੱਗ ਗਿਆ ਹੋਣਾ, ਰਜ਼ੀਆ ਸੁਲਤਾਨ। ਠੀਕ ਹੈ ਜੀ, ਰਜ਼ੀਆ ਸੁਲਤਾਨ ਨੇ ਇਹ ਅਪਣਾਇਆ ਸੀ। ਇੱਕ ਇਹਨੇ ਕੈਪ ਪਹਿਨੀ ਸੀ, ਇੱਕ ਇਹਨੇ ਬਲੇਜ਼ਰ ਪਹਿਨਿਆ ਸੀ, ਕਿਉਂਕਿ ਮਤਲਬ ਇਹ ਆਪਣੇ ਅਕੋਰਡਿੰਗ ਰਹਿਣਾ ਚਾਹੁੰਦੀ ਸੀ। ਤਾਂ ਬਹੁਤ ਜਲਦੀ ਇਸ ਵਜ੍ਹਾ ਕਰਕੇ ਕਿ ਉਹ ਇੱਕ ਲੇਡੀ ਨੂੰ ਐਕਸੈਪਟ ਨਹੀਂ ਕਰ ਸਕਦੀ ਸੀ ਸੁਲਤਾਨ, ਤਾਂ ਅਲਤੂਨੀਆ ਅਤੇ ਇਹਦੇ ਬ੍ਰਦਰ ਨੇ, ਰੁਕਨੁਦੀਨ ਫਿਰੋਜ਼ ਨੇ, ਠੀਕ ਹੈ, ਕੌਨਸਪੀਰੇਸੀ ਰਚ ਕੇ ਇਹਨੂੰ ਮਰਵਾਤਾ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਰਜ਼ੀਆ ਸੁਲਤਾਨ ਇਹਦਾ ਆਨਸਰ ਆਊਗਾ। ਕੁਬਾ ਦਾ ਕੀ ਮਤਲਬ ਹੈ? ਕੈਪ, ਅਤੇ ਕੁਲਾ ਦਾ ਮਤਲਬ ਹੈ ਬਲੇਜ਼ਰ। ਠੀਕ ਹੈ ਜੀ, ਤਾਂ ਇਹਨੇ 2 ਚੀਜ਼ਾਂ ਅਪਣਾਈਆਂ ਸੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿਜਦਾ ਅਤੇ ਪੈਬੋਸ ਕਿਸ ਨੇ ਚਲਾਇਆ? ਹੂ ਵਾਜ਼ ਇੰਟਰੋਡਿਊਸ ਸਿਜਦਾ ਅਤੇ ਪੈਬੋਸ? ਇਹੋ ਜਿਹੇ ਕੁਐਸਚਨ ਹੀ ਆਉਂਦੇ ਨੇ ਗੁਲਾਮ ਵੰਸ਼ ਦੇ ਵਿੱਚੋਂ, ਜਿਹੜੇ ਤੁਹਾਨੂੰ ਪੁੱਛੇ ਗਏ ਨੇ ਵਾਰ-ਵਾਰ, ਅਤੇ ਅੱਗੇ ਵੀ ਤੁਹਾਨੂੰ ਇਵੇਂ ਹੀ ਪੁੱਛੇ ਜਾਣਗੇ। ਠੀਕ ਹੈ ਜੀ, ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰ ਰਿਹਾ ਕਿ ਗੁਲਾਮ ਵੰਸ਼ ਦੇ ਵਿੱਚੋਂ ਜੇਕਰ ਕੁਐਸਚਨ ਆਉਂਦਾ ਤਾਂ ਆਪਣੇ ਸੈਸ਼ਨ ਤੋਂ ਬਾਹਰ ਨਹੀਂ ਆਊਗਾ। ਠੀਕ ਹੈ ਜੀ, ਕਿਉਂਕਿ ਸਿਰਫ ਇਹ ਇੰਨੇ ਕੁ ਰਾਜੇ ਨੇ, ਅਤੇ ਇਹਨਾਂ ਬਾਰੇ ਜੋ ਵੀ ਇੰਪੋਰਟੈਂਟ ਪੁਆਇੰਟ ਨੇ ਉਹ ਆਪਾਂ ਡਿਸਕਸ ਕਰ ਲਏ ਨੇ। ਠੀਕ ਹੈ ਜੀ, ਇੱਕ ਵੀ ਪੁਆਇੰਟ ਆਪਾਂ ਤੁਹਾਡਾ ਮਿਸ ਨਹੀਂ ਹੋਣ ਦਿੱਤਾ। ਸਿਜਦਾ ਅਤੇ ਪੈਬੋਸ ਕਿਹਨੇ ਚਲਾਇਆ ਸੀ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਗਿਆਸੁਦੀਨ ਬਲਬਨ ਨੇ। ਕਿਉਂ ਚਲਾਇਆ ਸੀ? ਸੁਲਤਾਨ ਦਾ ਖੌਫ ਪੈਦਾ ਕਰਨ ਦੇ ਲਈ। ਠੀਕ ਹੈ ਜੀ, ਕਿਉਂਕਿ ਇਹਨੇ ਕਿਹਾ ਸੀ ਕਿ ਜਦੋਂ ਤੁਸੀਂ ਮੇਰੇ ਦਰਬਾਰ ਦੇ ਵਿੱਚ ਆਓ, ਸਭ ਤੋਂ ਪਹਿਲਾਂ ਤਾਂ ਮੈਨੂੰ ਸਿਜਦਾ ਕਰੋ, ਦੰਡਵਤ ਪ੍ਰਣਾਮ ਕਰੋ, ਉਸ ਤੋਂ ਬਾਅਦ ਆ ਕੇ ਮੇਰੇ ਪੈਰਾਂ ਨੂੰ ਚੁੰਮੋ, ਮੇਰੇ ਪੈਰੀਆਂ ਥਲਾਓ। ਠੀਕ ਹੈ ਜੀ, ਸਿਜਦਾ ਅਤੇ ਪੈਬੋਸ, ਤਾਂ ਕਿ ਮਤਲਬ ਸੁਲਤਾਨ ਦਾ ਇੱਕ ਖੌਫ ਬਣਿਆ ਰਹੇ ਲੋਕਾਂ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੁਲਾਮ ਵੰਸ਼ ਦਾ ਸੰਸਥਾਪਕ ਕੌਣ ਸੀ? ਹੂ ਵਾਜ਼ ਦੀ ਫਾਊਂਡਰ ਆਫ ਸਲੇਵ ਡਾਇਨੈਸਟੀ? ਤਾਂ ਇਹ ਮੈਂ ਕੁਐਸਚਨ ਜਾਣਬੁੱਝ ਕੇ ਰੱਖਿਆ, ਠੀਕ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਬੱਚੇ ਟਿਕ ਕਰਕੇ ਆਉਂਦੇ ਨੇ, ਉਹ ਕਰਕੇ ਆਉਂਦੇ ਨੇ ਮੁਹੰਮਦ ਗੌਰੀ ਦੇ ਉੱਤੇ, ਬਟ ਮੁਹੰਮਦ ਗੌਰੀ ਇਹਦਾ ਆਨਸਰ ਨਹੀਂ ਹੈ। ਇਹਦਾ ਆਨਸਰ ਆਊਗਾ ਕੁਤਬਦੀਨ ਐਬਕ। ਠੀਕ ਹੈ ਜੀ, ਕਿਉਂਕਿ ਜਿਹੜਾ ਕੁਤਬਦੀਨ ਐਬਕ ਸੀ ਉਹ ਮੁਹੰਮਦ ਗੌਰੀ ਦਾ ਕੀ ਸੀ? ਸਲੇਵ ਸੀਗਾ। ਠੀਕ ਹੈ, ਤਾਂ ਕਰਕੇ ਉਹਨੇ ਗੁਲਾਮ ਵੰਸ਼ ਹੀ ਚਲਾਇਆ। ਠੀਕ ਹੈ, ਕਿਉਂਕਿ ਉਹ ਖੁਦ ਸਲੇਵ ਸੀ, ਤਾਂ ਆਪਣੇ ਡਾਇਨੈਸਟੀ ਦਾ ਨਾਮ ਹੀ ਉਹਨੇ
ਸਲੇਵ ਡਾਇਨੈਸਟੀ ਰੱਖਿਆ, ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2। ਠੀਕ ਹੈ ਜੀ, ਕੁਤਬਦੀਨ ਐਬਕ। ਠੀਕ ਹੈ ਜੀ, ਕੁਤਬ ਮੀਨਾਰ ਕੁਤਬਦੀਨ ਐਬਕ ਨੇ ਬਣਵਾਇਆ ਸੀ, ਬਟ ਪੂਰਾ ਕਿਹਨੇ ਕਰਵਾਇਆ ਸੀ? ਇਲਤੁਤਮਿਸ਼ ਨੇ। ਇਹ ਤੁਸੀਂ ਯਾਦ ਰੱਖਣਾ। ਇਹ ਆਪਣਾ ਪੁਆਇੰਟ ਮਿਸ ਹੋ ਗਿਆ ਸੀ, ਮੈਂ ਤਾਂ ਕਰਕੇ ਤੁਹਾਨੂੰ ਵਾਰ-ਵਾਰ ਇਹ ਚੀਜ਼ ਯਾਦ ਕਰਵਾ ਰਿਹਾ। ਠੀਕ ਹੈ ਜੀ, ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ ਕੌਣ ਸੀ? ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਕੁਐਸਚਨ ਹੈ, ਜਿਹੜਾ ਤੁਹਾਨੂੰ ਵਾਰ-ਵਾਰ ਪੁੱਛਿਆ ਜਾਂਦਾ ਹੈ ਤੇ ਤੁਸੀਂ ਗਲਤ ਕਰਕੇ ਆਉਂਦੇ ਹੋ। ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ, ਤਾਂ ਇੱਥੇ ਜਿਹੜੇ ਬੱਚੇ ਲਾ ਕੇ ਆਉਂਦੇ ਨੇ ਉਹ ਲਾ ਕੇ ਆਉਂਦੇ ਨੇ ਕੁਤਬਦੀਨ ਐਬਕ 'ਤੇ, ਜੋ ਕਿ ਸਰਾਸਰ ਗਲਤ ਹੈ। ਕਿਉਂ ਗਲਤ ਹੈ? ਕਿਉਂਕਿ ਇਹ ਸਲੇਵ ਸੀ। ਠੀਕ ਹੈ, ਜਿਹੜਾ ਸਲੇਵ ਬੰਦਾ ਹੁੰਦਾ ਉਹ ਕਦੇ ਵੀ ਸੁਲਤਾਨ ਆਪਣੇ ਆਪ ਨੂੰ ਨਹੀਂ ਕਹਾ ਸਕਦਾ, ਕਿਉਂਕਿ ਉਹਦੇ ਅੰਦਰ ਇੱਕ ਹੀਣ ਭਾਵਨਾ ਹੁੰਦੀ ਹੈ ਕਿ ਮੈਂ ਗੁਲਾਮ ਹਾਂ। ਠੀਕ ਹੈ, ਉਹਦੇ ਅੰਦਰ ਹੀ, ਕਿਉਂਕਿ ਜਦੋਂ ਉਹ ਲੰਬੇ ਅਰਸੇ ਤੱਕ ਇੱਕ ਗੁਲਾਮ ਰਿਹਾ ਹੁੰਦਾ ਕਿਸੇ ਬੰਦੇ ਦਾ, ਤਾਂ ਉਹਦੇ ਅੰਦਰੋਂ ਇਹ ਚੀਜ਼ ਨਹੀਂ ਜਾਂਦੀ, ਤਾਂ ਕਰਕੇ ਉਹ ਇੱਕ ਸੁਲਤਾਨ ਨਹੀਂ ਆਪਣੇ ਆਪ ਨੂੰ ਕਹਾ ਸਕਦਾ। ਸੁਲਤਾਨ ਉਹ ਆਪਣੇ ਸੁਲਤਾਨ ਨੂੰ ਹੀ ਮੰਨਦਾ। ਇਹ ਮੁਹੰਮਦ ਗੌਰੀ ਨੂੰ ਹੀ ਆਪਣਾ ਸੁਲਤਾਨ ਮੰਨਦਾ ਸੀ, ਆਪਣੇ ਆਪ ਨੂੰ ਇੱਕ ਸਲੇਵ ਹੀ ਕਹਿੰਦਾ ਸੀ। ਤਾਂ ਕਰਕੇ ਕੁਤਬਦੀਨ ਐਬਕ ਹੈ ਜਿਹੜਾ ਉਹ ਦਿੱਲੀ ਦਾ ਪਹਿਲਾ ਸੁਲਤਾਨ ਨਹੀਂ ਸੀ। ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 4 ਆਊਗਾ। ਠੀਕ ਹੈ, ਕਿਉਂਕਿ ਜਿਹੜਾ ਟਾਈਟਲ ਐਕਸੈਪਟ ਕੀਤਾ ਸੀ ਸੁਲਤਾਨ ਦਾ ਸਭ ਤੋਂ ਪਹਿਲਾਂ, ਉਹ ਕੀਤਾ ਸੀ ਇਲਤੁਤਮਿਸ਼ ਨੇ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 4 ਆਊਗਾ। ਠੀਕ ਹੈ ਜੀ, ਇਲਤੁਤਮਿਸ਼। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿਪਾ ਸਲਾਰ ਦਾ ਸਿਰਲੇਖ ਕਿਸ ਨੇ ਸਵੀਕਾਰ ਕੀਤਾ? ਠੀਕ ਹੈ ਜੀ, ਤਾਂ ਇਹ ਦੇਖੋ ਸਿਰਲੇਖ। ਠੀਕ ਹੈ, ਇਹੋ ਜਿਹੇ ਸ਼ਬਦ, ਮਤਲਬ ਇੱਕ ਸ਼ਬਦਾਂ ਦੀ ਗੇਮ ਹੁੰਦੀ ਹੈ। ਠੀਕ ਹੈ, ਕੋਈ ਵੀ ਕੁਐਸਚਨ ਹੁੰਦਾ, ਕੋਈ ਵੀ ਆਨਸਰ ਹੁੰਦਾ, ਇਹ ਸ਼ਬਦਾਂ ਦੀ ਗੇਮ ਹੁੰਦੀ ਹੈ। ਇਹਦੇ ਵਿੱਚ ਜਦੋਂ ਇੱਕ ਵੀ ਸ਼ਬਦ ਤੁਹਾਡਾ ਇੱਕ ਹੋਰ ਤਰੀਕੇ ਨਾਲ ਸ਼ਬਦ ਨੂੰ ਰੱਖ ਦਿੱਤਾ ਜਾਂਦਾ, ਜਿਵੇਂ ਸਿਰਲੇਖ ਇੱਥੇ ਸ਼ਬਦ ਰੱਖਿਆ, ਤਾਂ ਉੱਥੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਕੁਐਸਚਨ ਸੇਮ ਹੀ ਹੁੰਦਾ। ਠੀਕ ਹੈ, ਤਾਂ ਹੂ ਵਾਜ਼ ਐਕਸੈਪਟ ਦੀ ਟਾਈਟਲ ਆਫ ਸਿਪਾ ਸਲਾਰ, ਤਾਂ ਜੇ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੀ ਪੁੱਛਿਆ ਆਪਾਂ ਨੂੰ। ਠੀਕ ਹੈ, ਪੰਜਾਬੀ ਦੇ ਵਿੱਚ ਕਈ ਵਾਰੀ ਸ਼ਬਦ ਉਹ ਥੋੜ੍ਹਾ ਜਿਹਾ ਸ਼ਬਦਾਂ ਦੀ ਹੇਰ-ਫੇਰ ਕਰ ਜਾਂਦੇ ਨੇ। ਠੀਕ ਹੈ ਜੀ, ਤਾਂ ਸਿਪਾ ਸਲਾਰ ਦਾ ਜਿਹੜਾ ਟਾਈਟਲ ਸੀ ਉਹ ਕਿਹਨੇ ਐਕਸੈਪਟ ਕੀਤਾ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਤੇ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ, ਕੁਤਬਦੀਨ ਐਬਕ ਨੇ। ਸਿਪਾ ਸਲਾਰ ਅਤੇ ਮਲਿਕ। ਠੀਕ ਹੈ, ਮਲਿਕ ਅਤੇ ਸਿਪਾ ਸਲਾਰ ਇਹ ਮਤਲਬ ਇੱਕ ਗੁਲਾਮੀ ਵਾਲੇ ਟਾਈਟਲ ਨੇਗੇ। ਠੀਕ ਹੈ, ਕਿਉਂਕਿ ਇਹ ਖੁਦ ਗੁਲਾਮ ਸੀਗਾ, ਤਾਂ ਲੋਕਾਂ ਨੇ ਇਹਨੂੰ ਇੱਕ ਟਾਈਟਲ ਦਿੱਤਾ ਸੀ। ਉਹ ਕਾਹਦਾ ਦਿੱਤਾ ਸੀ? ਲਾਖ ਬਖਸ਼ ਦਾ। ਠੀਕ ਹੈ ਜੀ, ਲਾਖ ਬਖਸ਼ ਦਾ ਟਾਈਟਲ ਇਹਨੂੰ ਦਿੱਤਾ ਸੀ। ਤਾਂ ਉਹ ਕਿਉਂ ਦਿੱਤਾ ਸੀ? ਕਿਉਂਕਿ ਇਹ ਬੰਦਾ ਬਹੁਤ ਦਾਨ ਪੁੰਨ ਕਰਦਾ ਸੀ। ਠੀਕ ਹੈ ਜੀ, ਤਾਂ ਇਹ ਪੁੱਛ ਲਿਆ ਜਾਂਦਾ ਤੁਹਾਨੂੰ ਕਈ ਵਾਰੀ। ਤਾਂ ਲਾਖ ਬਖਸ਼ ਦਾ ਜਿਹੜਾ ਟਾਈਟਲ ਸੀ ਉਹ ਲੋਕਾਂ ਨੇ ਦਿੱਤਾ ਸੀ, ਅਤੇ ਸਿਪਾ ਸਲਾਰ ਅਤੇ ਮਲਿਕ ਦਾ ਟਾਈਟਲ ਕੁਤਬਦੀਨ ਐਬਕ ਦਾ ਆਨਸਰ ਆਊਗਾ। ਠੀਕ ਹੈ ਜੀ, ਤਾਂ ਲਾਖ ਬਖਸ਼ ਨੂੰ ਲੋਕਾਂ ਨੇ ਦਿੱਤਾ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਚੌਗਾਨ ਖੇਡਦੇ ਸਮੇਂ ਕਿਸ ਦੀ ਮੌਤ ਹੋਈ? ਹੂ ਵਾਜ਼ ਡਾਈਡ ਡਿਊਰਿੰਗ ਦੀ ਪਲੇ ਪੋਲੋ ਗੇਮ, ਜਿਹੜੀ ਆਪਾਂ ਘੋੜੇ ਉੱਪਰ ਬੈਠ ਕੇ ਖੇਡਦੇ ਹਾਂ, ਅੱਜ ਕੱਲ੍ਹ ਵੀ ਖੇਡੀ ਜਾਂਦੀ ਹੈ ਇਹ ਗੇਮ। ਤਾਂ ਉਸ ਟਾਈਮ 'ਤੇ ਕਿਹੜਾ ਇਹ ਰਾਜਾ ਸੀ ਜਿਹੜਾ ਚੌਗਾਨ ਖੇਡਦੇ ਖੇਡਦੇ ਇਹਦੀ ਮੌਤ ਹੋ ਗਈ ਸੀ? ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ। ਠੀਕ ਹੈ ਜੀ, ਕੁਤਬਦੀਨ ਐਬਕ ਇਹੋ ਜਿਹਾ ਰਾਜਾ ਸੀ ਜਿਹਦੀ ਚੌਗਾਨ ਖੇਡਦੇ ਖੇਡਦੇ ਸਮੇਂ ਮੌਤ ਹੋ ਗਈ ਸੀ। ਇਹ ਤੁਸੀਂ ਯਾਦ ਰੱਖਣਾ, ਅਤੇ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣੀ ਸੈਸ਼ਨ ਦਾ ਜਿਹੜਾ ਲਾਸਟ ਕੁਐਸਚਨ ਹੈ, ਉਹ ਹੈ ਕਿ ਦਿੱਲੀ ਸਲਤਨਤ ਦਾ ਉਹ ਕਿਹੜਾ ਸੁਲਤਾਨ ਸੀ ਜਿਸ ਨੇ ਫਾਰਸੀ ਸੱਭਿਅਤਾ ਚਲਾਈ? ਹੂ ਵਾਜ਼ ਦੀ ਸੁਲਤਾਨ ਆਫ ਦਿੱਲੀ ਸਲਤਨਤ ਇੰਟਰੋਡਿਊਸ ਪਰਸ਼ੀਅਨ ਕਲਚਰ? ਇਹ ਵੀ ਕੁਐਸਚਨ ਡਾਇਰੈਕਟ ਕਈ ਵਾਰੀ ਪੁੱਛਿਆ ਗਿਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ 1। ਠੀਕ ਹੈ ਜੀ, ਗਿਆਸੁਦੀਨ ਬਲਬਨ ਨੇ ਕਿਉਂ ਚਲਾਈ ਸੀ? ਸੁਲਤਾਨ ਦਾ ਖੌਫ ਪੈਦਾ ਕਰਨ ਦੇ ਲਈ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ। ਦਿੱਲੀ ਸਲਤਨਤ ਦਾ ਕਿਹੜਾ ਸੁਲਤਾਨ ਸੀ ਜਿਹਨੇ ਫਾਰਸੀ ਸੱਭਿਅਤਾ ਚਲਾਈ? ਤਾਂ ਉਹ ਸੀਗਾ ਆਪਣਾ ਗਿਆਸੁਦੀਨ ਬਲਬਨ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਾਂ ਇੱਥੇ ਹੀ ਇਹਦਾ ਐਂਡ ਕਰਦੇ ਹਾਂ। ਠੀਕ ਹੈ ਜੀ, ਤਾਂ ਸੈਸ਼ਨ ਨੂੰ 2-3 ਵਾਰ ਇਹਨੂੰ ਰਿਵਾਈਜ਼ ਕਰ ਲਿਓ, ਕਿਉਂਕਿ ਇਸ ਸੈਸ਼ਨ ਦੇ ਵਿੱਚੋਂ ਗੁਲਾਮ ਵੰਸ਼ ਦੇ ਵਿੱਚੋਂ ਬਹੁਤ ਕੁਐਸਚਨ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ, ਅਤੇ ਹਰ ਵਾਰ ਤੁਸੀਂ ਗਲਤ ਕਰਕੇ ਆਉਂਦੇ ਹੋ। ਠੀਕ ਹੈ ਜੀ, ਤਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਿਵਾਈਜ਼ ਕਰ ਲਓ। ਇੱਕ ਪੁਆਇੰਟ ਮੈਂ ਇਹਦੇ ਵਿੱਚ ਤੁਹਾਡਾ ਕਲੀਅਰ ਕਰਵਾ ਦਿੱਤਾ ਹੈ। ਠੀਕ ਹੈ, ਨੋਟਸ ਆਪਣੇ ਖੁਦ ਬਣਾਓ। ਠੀਕ ਹੈ, ਤਾਂ ਨੋਟਸ ਤੁਹਾਡੇ ਮੈਂ ਹੌਲੀ-ਹੌਲੀ ਤਿਆਰ ਵੀ ਕਰ ਰਿਹਾ। ਠੀਕ ਹੈ, ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ, ਬਟ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਦਾ ਵਾਰ-ਵਾਰ ਕਿ ਤੁਸੀਂ ਨੋਟਸ ਖੁਦ ਬਣਾਓ, ਤੁਹਾਡਾ ਬਹੁਤ ਫਾਇਦਾ ਹੋਊਗਾ ਇਹ ਚੀਜ਼ ਨਾਲ। ਠੀਕ ਹੈ ਜੀ, ਤਾਂ ਇਹ ਆਪਣਾ ਜਿਹੜਾ ਸੈਸ਼ਨ ਆਪਾਂ ਇੱਥੇ ਐਂਡ ਕਰਦੇ ਹਾਂ। ਠੀਕ ਹੈ ਜੀ, ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਹਨੂੰ ਲਾਈਕ ਕਰ ਦਿਆ ਕਰੋ, ਤਾਂ ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਠੀਕ ਹੈ ਜੀ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਕਿਉਂਕਿ ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ, ਸਾਨੂੰ ਇੱਕ ਹੌਸਲਾ ਮਿਲਦਾ। ਠੀਕ ਹੈ ਜੀ, ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਅਤੇ ਵੀਡੀਓ ਨੂੰ 2-3 ਵਾਰ ਰਿਵਾਈਜ਼ ਜ਼ਰੂਰ ਕਰ ਲਿਓ, ਤਾਂ ਕਿ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਹੋ ਸਕੇ। ਠੀਕ ਹੈ ਜੀ, ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਉਹਦਾ ਆਪਾਂ ਇੱਥੇ ਐਂਡ ਕਰਦੇ ਹਾਂ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।